ਫਿਰ ਕਿਸਾਨ ਜਦੇ ਮਾਰਦਾ ਲਾਲੇ ਦੀ ਦੁਕਾਨ 'ਤੇ ਗੇੜਾ ਵੀ ਲਾਲਾ ਦੇਖ ਕੀ ਰਹਿ ਗਿਆ, ਇੱਕ ਤਾਂ ਉਹ ਤੋਂ ਵਿਆਜ 'ਤੇ ਪੈਸੇ ਚੱਕੇ ਆ, ਫਿਰ ਇੱਕ ਉਹਦੇ ਤੋਂ ਹੀ ਦਵਾਈ ਲੈ ਕੇ ਪਾਉਣੀ ਆ, ਬੀਜ ਵੀ ਉਹ ਤੋਂ ਹੀ ਲਿਆ ਹੋਇਆ। ਲਾਲਾ ਕਹਿੰਦਾ ਵੀ ਯਾਰ ਜੱਟਾ ਉਹਨੇ ਫਲਾਣੇ ਨੇ ਤਾਂ ਫਲਾਣੀ ਪੁੜੀ ਪਾਈ ਆ, ਇਹਨੇ ਵੀ 400-500 ਦਾ ਟੀਕਾ ਕਿੱਲੇ ਦਾ ਲਾ ਕੇ ਦੇ ਦੇਣਾ। ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਪਹਿਲਾਂ ਖੇਤ ਆਪਦੇ ਚੰਗੀ ਤਰ੍ਹਾਂ ਵਾਹੋ, ਜਿਵੇਂ ਆਲੂ ਵਾਂਗੂ ਵੱਟਾਂ ਪਾਉਂਦੇ ਆ, ਵੱਟਾਂ ਪਾਓ, ਵੱਟਾਂ ਪਾ ਕੇ ਵੱਟਾਂ 'ਤੇ ਜੀਰੀ ਲਾਓ, ਤੁਹਾਡਾ 10 ਕੁਆਂਟਲ ਝਾੜ ਆ ਜਿਹੜਾ ਉਹ ਵਧੂਗਾ। ਜਿਹੜੇ ਵੀ ਕਿਸੇ ਵੀਰ ਨੂੰ ਇਹ ਡਾਊਟ ਆ ਕਿ ਸਾਡਾ 40 ਕੁਆਂਟਲ 45 ਕੁਆਂਟਲ ਝਾੜ ਨਹੀਂ ਨਿਕਲ ਸਕਦਾ, ਉਹ ਵੱਢਣ ਵੇਲੇ ਆ ਕੇ ਖੁਦ ਬੈਠ ਕੇ ਕੰਬਾਈਨ 'ਤੇ ਕੀਲਾ ਵੱਢ ਸਕਦਾ ਤੇ ਟਰਾਲੀ 'ਚ ਭਰ ਕੇ ਦਾਣੇ ਤੋਲ ਸਕਦਾ। ਇਹ ਸਾਰਿਆਂ ਨੂੰ ਅਪੀਲ ਆ, ਜਮਾ ਹੀ ਸ਼ੰਕਾ ਕੱਢ ਦਿਓ, ਕਿਉਂਕਿ 100% ਇਹ ਚੀਜ਼ ਅਸੀਂ ਪ੍ਰੈਕਟੀਕਲ ਕਰਕੇ ਦੇਖੀ ਹੈ। ਪਿਛਲੀ ਵਾਰੀ ਪੂਰਾ ਕਾਮਯਾਬੀ ਸਾਨੂੰ ਮਿਲੀ ਹੈ, ਇਸ ਵਾਰ ਵੀ ਮਿਲੂਗੀ। ਹਰ ਸਾਲ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਤਾਂ ਕਿਸਾਨ ਨੂੰ ਇਹੀ ਟੈਨਸ਼ਨ ਰਹਿੰਦੀ ਹੈ ਕਿ ਉਹ ਝੋਨਾ ਕਿਸ ਤਰ੍ਹਾਂ ਲਾਏਗਾ, ਕਿਉਂਕਿ ਜੇਕਰ ਸਰਕਾਰ ਉਹਨਾਂ ਨੂੰ ਹਦਾਇਤਾਂ ਕਰਦੀ ਹੈ ਜਾਂ ਫਿਰ ਇੱਕ ਅਪੀਲ ਵੀ ਕਰਦੀ ਹੈ ਕਿ ਝੋਨੇ ਨੂੰ ਵੱਟਾਂ 'ਤੇ ਲਗਾਓ ਜਾਂ ਫਿਰ ਸਿੱਧੀ ਬਿਜਾਈ ਨਾਲ ਝੋਨਾ ਲਾਓ, ਕਿਉਂਕਿ ਇਸ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ, ਪਰ ਕਿਸਾਨ ਦੇ ਮਨ ਦੇ ਵਿੱਚ ਹਰ ਵਕਤ ਇੱਕ ਡਰ, ਹਰ ਵਕਤ ਇਹ ਟੈਨਸ਼ਨ ਰਹਿੰਦੀ ਹੈ ਕਿ ਅਗਰ ਉਸਨੇ ਵੱਟਾਂ ਦੇ ਉੱਤੇ ਝੋਨਾ ਜਾਂ ਫਿਰ ਜੋ ਸਿੱਧੀ ਬਿਜਾਈ ਕਰ ਲਈ ਤਾਂ ਉਸ ਦੇ ਨਾਲ ਹੋ ਸਕਦਾ ਕਿ ਕਿਤੇ ਨਾ ਕਿਤੇ ਉਹਨੂੰ ਘਾਟਾ ਪੈ ਜਾਏਗਾ, ਉਸਦੀ ਫਸਲ ਉਹਦਾ ਮੁੱਲ ਨਹੀਂ ਮੁੜਨਾ। ਪਰ ਇੱਕ ਅਜਿਹੀ ਆਪਾਂ ਤੁਹਾਨੂੰ ਅੱਜ ਐਗਜ਼ੈਂਪਲ ਦਿਖਾਵਾਂਗੇ, ਅੱਜ ਅਜਿਹੀ ਸ਼ਖਸੀਅਤ ਨੂੰ ਮਿਲਾਵਾਂਗੇ ਜੋ ਇਹ ਬਹੁਤ ਲੰਮੇ ਸਮੇਂ ਤੋਂ ਇਸ ਚੀਜ਼ ਨੂੰ ਕਰਦੇ ਆ ਰਹੇ ਨੇ, ਵੱਟਾਂ ਦੇ ਉੱਤੇ ਉਹ ਝੋਨਾ ਲਾਉਂਦੇ ਨੇ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਾਧੂਗੜ੍ਹ ਦੇ ਵਿੱਚ, ਤੇ ਇੱਥੋਂ ਦੇ ਇੱਕ ਕਿਸਾਨ ਨੇ, ਮੇਰੇ ਨਾਲ ਵੈਸੇ ਨੌਜਵਾਨ ਕਿਸਾਨ ਬੈਠੇ ਨੇ, ਨੌਜਵਾਨ ਅਮਰਿੰਦਰ ਸਿੰਘ ਨੇ, ਤੇ ਇਹਨਾਂ ਨੂੰ ਆਪਾਂ ਪੁੱਛ ਲੈਂਦੇ ਹਾਂ ਕਿ ਇਹ ਵੱਟਾਂ ਦੇ ਉੱਤੇ ਜੋ ਝੋਨਾ ਲਾਉਂਦੇ ਨੇ ਕਿੰਨਾ ਕੁ ਖੇਤੀ ਕਰਦੇ ਨੇ, ਕਿੰਨਾ ਕੁ ਪਾਣੀ ਲਾਉਂਦੇ ਨੇ, ਕਿੰਨਾ ਕੁ ਇਹਨਾਂ ਦਾ ਖਰਚਾ ਆਉਂਦਾ, ਤੇ ਹੋਰ ਵੀ ਜਿੰਨੇ ਵੀ ਸਵਾਲ ਨੇ ਜੋ ਹਰ ਇੱਕ ਕਿਸਾਨ ਦੇ ਮਨ ਦੇ ਵਿੱਚ ਹੁੰਦੇ ਨੇ, ਅੱਜ ਸਾਰੇ ਸਵਾਲ ਆਪਾਂ ਇਹਨਾਂ ਨੂੰ ਕਰ ਲਾਂਗੇ। ਤੇ ਮੈਨੂੰ ਲੱਗਦਾ ਕਿ ਵੀਡੀਓ ਤੁਹਾਨੂੰ ਇਹ ਬਹੁਤ ਕੁਝ ਦੱਸੇਗੀ, ਜੋ ਕਿਸਾਨ ਭਰਾ ਇਸ ਨੂੰ ਦੇਖਦੇ ਹੋਣਗੇ। ਅੱਗੇ ਤੋਂ ਤੁਸੀਂ ਵੀ ਆਪਣਾ ਝੋਨਾ ਜੋ ਵੱਟਾਂ ਦੇ ਉੱਤੇ ਲਾਉਣ ਦਾ ਮਨ ਬਣਾਓਗੇ। ਸਭ ਤੋਂ ਪਹਿਲਾਂ ਅਮਰਿੰਦਰ, ਸਵਾਗਤ ਹੈ ਜੀ ਬਾਬੂਸ਼ਾਹੀ ਟਾਈਮਸ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਸਾਰਿਆਂ ਨੂੰ। ਅਮਰਿੰਦਰ, ਪਹਿਲਾਂ ਤਾਂ ਸਭ ਨਾਲੋਂ ਮੇਰਾ ਜਨਰਲੀ ਕੁਐਸਚਨ ਇਹ ਹੋਊਗਾ, ਤੁਸੀਂ ਝੋਨਾ ਲਾਉਂਦੇ ਹੋ ਤੇ ਕਿੰਨਾ ਕੁ ਝੋਨਾ ਤੁਸੀਂ ਵੱਟਾਂ 'ਤੇ ਲਾਉਂਦੇ ਹੋ, ਕਿੰਨੇ ਕੁ ਸਿੱਧੀ ਬਿਜਾਈ ਕਰਦੇ ਹੋ, ਤੇ ਕਿੰਨੇ ਕੁ ਝੋਨੇ ਨੂੰ ਤੁਸੀਂ ਕੱਦੂ ਨਾਲ ਕਰਦੇ ਹੋ? ਪਹਿਲਾਂ ਤਾਂ ਸਵਾਲ ਇਹੀ ਹੈ। ਸਭ ਤੋਂ ਪਹਿਲੀ ਗੱਲ, ਅਸੀਂ ਕੱਦੂ ਬਿਲਕੁਲ ਨਹੀਂ ਕਰਦੇ। ਕੱਦੂ ਕਰਨਾ, ਪਡਲਿੰਗ ਕਰਨਾ ਇਜ਼ ਜਸਟ ਲਾਈਕ ਰੇਪਿੰਗ ਦ ਸੋਇਲ। ਵੀ ਆਰ ਰੇਪਿੰਗ ਲੈਂਡ ਬਾਈ ਡੂਇੰਗ ਕੱਦੂ। ਪਡਲਿੰਗ ਹੈ ਜਿਹੜੀ, ਸੋ ਅਸੀਂ ਉਹਦੇ ਬਿਲਕੁਲ ਖਿਲਾਫ ਹਾਂ। ਸਾਡੇ ਕੋਲ 42 ਏਕੜ ਜ਼ਮੀਨ ਆ। ਇਹ ਸਾਡਾ ਫਾਰਮ ਸੁਰਜੀਤ ਸਿੰਘ ਸਾਧੂਗੜ੍ਹ ਦੇ ਨਾਮ ਤੋਂ ਮਸ਼ਹੂਰ ਆ, ਮੇਰੇ ਫਾਦਰ ਸਾਹਿਬ ਨੇ। ਮੇਰਾ ਨਾਮ ਅਮਰਿੰਦਰ ਸਿੰਘ ਆ। ਅਤੇ ਇਹ ਟੋਟਲੀ ਅਸੀਂ ਕੱਦੂ ਤੋਂ ਬਗੈਰ ਵੱਟਾਂ ਪਾ ਕੇ, ਪਹਿਲਾਂ ਅਸੀਂ ਜ਼ਮੀਨ ਨੂੰ ਸੁੱਕੀ ਨੂੰ ਵਾਹ ਲੈਣਾ, ਚੰਗੀ ਤਰ੍ਹਾਂ ਵਾਹ ਕੇ ਵੱਟਾਂ ਪਾ ਕੇ, ਜਿਵੇਂ ਆਲੂ ਦੀਆਂ ਵੱਟਾਂ ਨੇ ਆ, ਤੁਸੀਂ ਦੇਖ ਸਕਦੇ ਹੋ ਜੀਰੀ ਖੜੀ ਆ, ਵੱਟਾਂ ਪਾ ਕੇ ਵੱਟਾਂ ਦੇ ਉੱਤੇ ਜੀਰੀ ਲਾ ਦੇਣੀ ਹੈ। ਵਾਹੁਣਾ ਨਹੀਂ ਪਿਆ। ਕੱਦੂ ਕਰਕੇ ਜਿਹੜੀ ਲੈਂਟਰ ਲਾ ਦਿੰਦੇ ਆ, ਲੈਂਟਰ ਨਹੀਂ ਅਸੀਂ ਲਾਇਆ। ਜੇ ਬਾਰਿਸ਼ ਹੋਊਗੀ ਅਸੀਂ ਪਾਣੀ ਲਾਵਾਂਗੇ, ਉਹ ਪਾਣੀ ਰੀਫਿਲ ਹੋ ਕੇ ਧਰਤੀ 'ਚ ਜਾਊਗਾ। ਗਰਾਊਂਡ ਵਾਟਰ ਪੰਜਾਬ ਦਾ 70% ਥੱਲੇ ਚਲਿਆ ਗਿਆ। ਦਿਨ ਪਰ ਦਿਨ ਡਿਪਲੀਟ ਹੁੰਦਾ ਜਾ ਰਿਹਾ ਪਾਣੀ। ਪਾਣੀ ਤੋਂ ਬਿਨਾਂ ਆਪਾਂ ਨਹੀਂ ਰਹਿ ਸਕਦੇ। ਅੱਜ ਆਪਾਂ, ਹੋ ਸਕਦਾ 4 ਸਾਲ ਪਹਿਲਾਂ ਜੇ ਮੈਂ ਤੁਹਾਨੂੰ ਕਹਿੰਦਾ ਕਿ ਤੁਹਾਨੂੰ ਘਰੋਂ ਨਿਕਲਣ ਤੋਂ ਪਹਿਲਾਂ ਮਾਸਕ ਪਾਉਣਾ ਪਊਗਾ, ਕੋਈ ਗੱਲ ਨਾ ਮੰਨਦਾ, ਲੇਕਿਨ ਅੱਜ ਆਪਾਂ ਸਾਰੇ ਘਰੋਂ ਆਪਦਾ ਮੋਬਾਈਲ ਤਾਂ ਭੁੱਲ ਜਾਂਦੇ ਹਾਂ, ਪਰ ਮਾਸਕ ਨਹੀਂ ਭੁੱਲਦੇ, ਕਿਉਂਕਿ ਪਤਾ ਜੇ ਜਾਵਾਂਗੇ ਤਾਂ 500 ਰੁਪਇਆ ਦੇ ਕੇ ਆਉਣਾ ਪੈਣਾ, ਜਿੱਥੇ ਪੁਲਿਸ ਵਾਲਿਆਂ ਨੇ ਦੇਖ ਲਿਆ। ਸਮਾਂ ਦੂਰ ਨਹੀਂ ਕਿ ਜੇ ਆਪਾਂ ਕੱਦੂ ਕਰਨਾ ਨਾ ਛੱਡਿਆ ਤਾਂ ਆਪਾਂ ਨੂੰ ਆਕਸੀਜਨ ਸਿਲੰਡਰ ਚੱਕ ਕੇ ਵੀ ਤੁਰਨਾ ਪੈਣਾ ਪਿੱਠ 'ਤੇ, ਕਿਉਂਕਿ ਮਿਥੇਨ ਦੀ ਜਿਹੜੀ ਪ੍ਰੋਡਕਸ਼ਨ ਆ, ਤੁਸੀਂ ਦੇਖ ਸਕਦੇ ਹੋ ਕਿ ਰਾਜਸਥਾਨ ਦੇ ਵਿੱਚ ਗਰਮੀ ਆ, ਲੇਕਿਨ ਰਾਜਸਥਾਨ ਦੇ ਵਿੱਚ ਵੀ ਜੇ ਤੁਸੀਂ ਜੂਨ ਜੁਲਾਈ ਦੇ ਵਿੱਚ ਜਾਓਗੇ ਤੁਹਾਨੂੰ ਗਰਮੀ ਲੱਗੂਗੀ, ਤੁਹਾਨੂੰ ਇਰੀਟੇਸ਼ਨ ਨਹੀਂ ਹੋਊਗੀ ਗਰਮੀ ਤੋਂ, ਮਤਲਬ ਹੁਮਸ ਨਹੀਂ ਹੋਏਗੀ। ਹੁਮਸ ਨਹੀਂ ਹੋਊਗੀ। ਲੇਕਿਨ ਪੰਜਾਬ ਦੇ ਵਿੱਚ ਜਿਹੜਾ ਕਿ ਇੰਨਾ ਸੋਹਣਾ ਮੌਸਮ ਕਰਕੇ ਜਾਣਿਆ ਜਾਂਦਾ ਸੀ, ਆਪਣੇ ਰੰਗਾਂ ਕਰਕੇ ਜਾਣਿਆ ਜਾਂਦਾ ਸੀ, ਉੱਥੇ ਜਦੋਂ ਜੀਰੀ ਲੱਗਦੀ ਆ, ਖੇਤਾਂ 'ਚ ਕੱਦੂ ਹੋ ਰਿਹਾ, ਮਿਥੇਨ ਪ੍ਰੋਡਿਊਸ ਹੁੰਦੀ ਆ, ਆਪਣੇ ਤੋਂ ਬਾਹਰ ਖੜ੍ਹ ਨਹੀਂ ਹੁੰਦਾ। ਹਾਲਾਂਕਿ ਟੈਂਪਰੇਚਰ 35 34 ਇੰਨਾ ਕੁ ਵੀ ਹੋਵੇ, ਜੇ 33 ਟੈਂਪਰੇਚਰ 'ਤੇ ਵੀ ਆਪਣੇ ਤੋਂ ਖੜ੍ਹ ਨਹੀਂ ਹੁੰਦਾ। ਉਹ ਕਿਉਂ? ਕਿਉਂਕਿ ਮਿਥੇਨ ਪ੍ਰੋਡਿਊਸ ਹੋ ਜਾਂਦੀ ਹੈ। ਅਮਰਿੰਦਰ, ਤੁਸੀਂ ਯੰਗ ਹੋ ਤੇ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਰਹਿੰਦੇ ਹੋ, ਅਮਰੀਕਾ ਦੇ ਵਿੱਚ ਵੀ ਤੁਸੀਂ ਉੱਥੇ ਸਟੱਡੀ ਵੀ ਕਰ ਰਹੇ ਹੋ, ਤਾਂ ਤੁਹਾਨੂੰ ਕਿਵੇਂ ਲੱਗਿਆ ਕਿ ਹਾਂ ਯਾਰ, ਇੱਥੇ ਆ ਕੇ ਆਪਦੇ ਪਿਓ ਦਾਦਿਆਂ ਦੀ ਇਹ ਚੀਜ਼ ਸਾਂਭਣੀ ਚਾਹੀਦੀ ਹੈ ਅਤੇ ਇੱਕ ਨਵਾਂ ਐਕਸਪੈਰੀਮੈਂਟ ਕਰਨਾ ਚਾਹੀਦਾ, ਜੋ ਤੁਹਾਡੇ ਫਾਦਰ ਸਾਹਿਬ ਇਸ ਫਾਰਮ ਨੂੰ ਸੰਭਾਲ ਰਹੇ ਨੇ? ਅਤੇ ਅੱਜ ਕੱਲ੍ਹ ਤਾਂ ਨੌਜਵਾਨਾਂ ਦੇ ਦਿਮਾਗ 'ਚ ਇਹ ਹੁੰਦਾ, ਯਾਰ ਇਹਨੂੰ ਸਾਰੀ ਨੂੰ ਵੇਚ ਵੱਟ ਕੇ ਨਿਕਲੋ ਬਾਹਰ। ਅਤੇ ਤੁਸੀਂ ਮਤਲਬ ਇਹ ਨਵਾਂ ਕੰਸੈਪਟ ਤੋਰਨ ਦੇ ਵਿੱਚ ਕਿਵੇਂ ਆਪਣੇ ਫਾਦਰ ਦੀ ਹੈਲਪ ਕਿਵੇਂ ਕਰ ਰਹੇ ਹੋ?
ਦੇਖੋ ਸਾਡੀ ਸ਼ੁਰੂ ਤੋਂ ਸਕੂਲਿੰਗ ਮਸੂਰੀ ਦੀ ਰਹੀ। ਪਹਿਲਾਂ ਅਸੀਂ ਲੁਧਿਆਣੇ ਪੜ੍ਹੇ, ਬੇਸਿਕ ਐਜੂਕੇਸ਼ਨ ਲੁਧਿਆਣੇ ਦੀ ਸੀ। ਫਿਰ ਮੈਂ ਮਸੂਰੀ ਚਲਿਆ ਗਿਆ, ਮਸੂਰੀ ਪੜ੍ਹਿਆ। ਫਿਰ ਵਾਪਸ ਮੇਰੇ ਮਦਰ ਨੂੰ ਬਲੱਡ ਸ਼ੂਗਰ ਹੋ ਗਿਆ ਸੀਗਾ, ਪੇਸ਼ੈਂਟ ਹੋ ਗਏ, ਤਾਂ ਫਿਰ ਮੈਂ ਵਾਪਸ ਆ ਗਿਆ ਇੱਥੇ ਇਹਨਾਂ ਕੋਲੇ। ਅਤੇ ਇੱਦਾਂ ਹੀ ਬਹੁਤ ਸਫ਼ਰ ਕੀਤਾ, ਸ਼ੁਰੂ ਤੋਂ ਹੀ ਦੇਖਦੇ ਰਹੇ, ਸਿੱਖਦੇ ਰਹੇ। ਟਾਈਮ ਟੂ ਟਾਈਮ US ਚਲਿਆ ਗਿਆ 2014 'ਚ, ਓਪਰਚੁਨਿਟੀ ਮਿਲੀ, ਉੱਥੇ ਐਡਮਿਸ਼ਨ ਲੈ ਲਈ। ਬਟ ਮੇਰੇ ਫਾਦਰ ਨੂੰ ਲੋੜ ਸੀ, ਕਿਉਂਕਿ ਮੇਰੇ ਫਾਦਰ ਸਨ 2000 ਤੋਂ, ਜਿਸ ਵੇਲੇ ਕੋਈ ਸਰਕਾਰ ਮੰਗ ਨਹੀਂ ਸੀ ਕਰਦੀ, ਉਸ ਵੇਲੇ ਤੋਂ ਇਹਨਾਂ ਨੇ ਪਰਾਲੀ ਨੂੰ ਅੱਗ ਲਾਉਣਾ ਜਿਹੜਾ ਬੰਦ ਕਰਤਾ ਸੀ ਸਨ 2000 ਦੇ ਵਿੱਚ। ਉਸ ਵੇਲੇ ਕਿਸੇ ਸਰਕਾਰ ਦਾ ਕੋਈ ਪ੍ਰੈਸ਼ਰ ਨਹੀਂ ਸੀ। ਹੁਣ ਤਾਂ ਸਰਕਾਰ ਪ੍ਰੈਸ਼ਰ ਵੀ ਕਰਦੀ ਆ, ਡਰਾਮਾ ਕਰਦੀ ਐਟਲੀਸਟ। ਅਤੇ ਉਹ ਉਸ ਵੇਲੇ ਅਸੀਂ ਵਾਹ ਕੇ ਪਰਾਲੀ ਨੂੰ ਵਿੱਚ ਰਲਾਉਂਦੇ ਰਹੇ। ਫਿਰ ਕੁਝ ਸਾਲ ਸਾਡਾ ਬਹੁਤ ਨੁਕਸਾਨ ਹੋਇਆ 2001-2 ਦੇ ਵਿੱਚ। ਫਿਰ ਅਸੀਂ 2003 ਦੇ ਵਿੱਚ ਜਿਹੜੀ ਪਰਾਲੀ ਨਿਕਲਦੀ ਆਪਣੀ ਕੰਬਾਈਨ ਦੇ ਬੈਕ ਤੋਂ, ਸਿਰਫ ਉਹ ਲਾਈਨਾਂ ਦੇ ਵਿੱਚ ਅਸੀਂ ਅੱਗ ਲਾਈ ਅਤੇ ਬਾਕੀ ਨੂੰ ਅਸੀਂ ਵਿੱਚ ਰਲਾਇਆ, ਅਤੇ ਉਹ ਵੀ ਸਾਨੂੰ ਕਾਮਯਾਬੀ ਨਹੀਂ ਮਿਲੀ। 2004 ਦੇ ਵਿੱਚ ਅਸੀਂ ਫਿਰ ਨਵੇਂ ਐਕਸਪੈਰੀਮੈਂਟ ਕੀਤੇ, 5 ਦੇ ਵਿੱਚ। ਫਿਰ ਫਾਈਨਲੀ 5 ਦੇ ਵਿੱਚ ਸਾਨੂੰ ਹੌਸਲਾ ਮਿਲਿਆ। 6 ਦੇ ਵਿੱਚ ਸਾਨੂੰ ਰੇਨ ਗਨ ਸਿਸਟਮ ਲਵਾਇਆ ਅਸੀਂ। ਮੇਰੇ ਫਾਦਰ 10 ਸਾਲ ਗਵਰਨਮੈਂਟ ਆਫ ਇੰਡੀਆ ਦੇ ਮੈਂਬਰ ਰਹੇ, ਕੈਮੀਕਲ ਐਂਡ ਫਰਟੀਲਾਈਜ਼ਰਸ ਦੇ ਮੈਂਬਰ ਸੀਗੇ, ਐਡਵਾਈਜ਼ਰੀ ਟੂ ਗਵਰਨਮੈਂਟ ਆਫ ਇੰਡੀਆ। ਅਤੇ ਉਸ ਵੇਲੇ ਇਹਨਾਂ ਨੇ ਰੇਨ ਗਨ 'ਤੇ 75% ਸਬਸਿਡੀ ਲੈ ਕੇ ਆਂਦੀ, ਇਹ ਮੁੱਦਾ ਚੱਕ ਕੇ। ਅਤੇ ਇਹ ਮੇਰੇ ਖਿਆਲ 8-8.5 ਲੱਖ ਦਾ ਪ੍ਰੋਜੈਕਟ ਸੀਗਾ ਰੇਨ ਗਨ ਦਾ। ਮੈਂ ਵਿੱਚ ਤੁਹਾਨੂੰ ਟੋਕਣਾ ਚਾਹਾਂਗਾ, ਕਿਤੇ ਜੇ ਮੈਂ ਗਲਤ ਨਹੀਂ ਤਾਂ ਜੋ ਸੁਰਜੀਤ ਸਿੰਘ ਜੋ ਫਾਰਮ ਹੈ ਤੁਹਾਡਾ ਸਾਧੂਗੜ੍ਹ, ਤਾਂ ਕੀ ਰੇਨ ਗਨ ਲਿਆਉਣ ਵਾਲਾ ਪ੍ਰੋਜੈਕਟ ਪੰਜਾਬ ਦੇ ਵਿੱਚ ਤੁਸੀਂ ਹੋ ਪਹਿਲੇ? ਹਾਂਜੀ, ਸਭ ਤੋਂ ਪਹਿਲਾ ਫਾਰਮ ਆਪਣਾ ਜਿੱਥੇ ਰੇਨ ਗਨ ਲੱਗੀ ਪੰਜਾਬ 'ਚ। ਹੋਰ ਲੋਕਾਂ ਨੇ ਵੀ ਰੇਨ ਗਨਾਂ ਲਵਾਈਆਂ, ਕਿਉਂਕਿ ਸਬਸਿਡੀ ਇਹ 'ਤੇ 75% ਸੀ। ਹੁਣ ਦੇਖੋ, ਜੇ ਸਾਡਾ 8.5 ਲੱਖ ਦਾ ਪ੍ਰੋਜੈਕਟ ਸੀ, ਤਾਂ ਸਾਡਾ ਮੇਰੇ ਖਿਆਲ ਉਸ ਵੇਲੇ 2.5 ਤੋਂ 3 ਲੱਖ ਰੁਪਇਆ ਲੱਗਿਆ ਸੀਗਾ, ਅਤੇ ਬਾਕੀ ਸਾਰਾ ਗਵਰਨਮੈਂਟ ਨੇ ਦਿੱਤਾ। ਤਾਂ ਕਈ ਲੋਕਾਂ ਨੇ ਲਵਾਇਆ, ਲੇਕਿਨ ਯੂਨੀਵਰਸਿਟੀ ਦੇ ਜਿਹੜੇ ਅਦਾਰੇ ਨੇ, ਉਹ ਸਾਨੂੰ ਉਹਨਾਂ ਦੇ ਅਫਸਰ ਸਾਹਿਬਾਨ ਜਦੋਂ ਆਉਂਦੇ ਨੇ, ਉਹ ਇਹੀ ਦੱਸਦੇ ਨੇ ਵੀ ਸਾਰੇ ਪੰਜਾਬ 'ਚ ਜੇ ਅਸੀਂ ਕੋਈ ਦਿਖਾਉਣਾ ਹੋਵੇ ਫਾਰਮ ਵੀ ਰੇਨ ਗਨ ਕਿਤੇ ਚੱਲਦੀ ਹੈ, ਤਾਂ ਉਹ ਇਕਲੌਤਾ ਤੁਹਾਡਾ ਫਾਰਮ ਆ। ਕਿਉਂਕਿ ਅਸੀਂ ਆਪਦੇ ਦਿਲੀ ਇਹਨੂੰ ਮੰਨਦੇ ਹਾਂ ਕਿ ਪਾਣੀ ਦੀ ਜਿਹੜੀ ਬੱਚਤ ਆ ਉਹ ਬਹੁਤ ਜ਼ਰੂਰੀ ਆ। ਸੋ ਮੈਂ ਬਾਹਰ ਨਾ ਜਾ ਕੇ, ਮੈਂ ਇਹੀ ਸੋਚਿਆ, ਬਾਹਰ ਵਿਦੇਸ਼ਾਂ 'ਚ ਜ਼ਿੰਦਗੀ ਸੌਖੀ ਨਹੀਂ ਹੈਗੀ, ਉੱਥੇ ਜਾ ਕੇ ਵੀ ਆਪਾਂ ਮਿਹਨਤ ਕਰਦੇ ਹਾਂ। ਅਤੇ ਮੇਰਾ ਮੰਨਣਾ, ਜੇ ਤੁਸੀਂ ਆਪਦੀ ਧਰਤੀ 'ਤੇ ਰਹਿ ਕੇ ਤੁਸੀਂ ਆਪਦੇ ਕਿੱਤੇ ਨੂੰ, ਪਿਤਾ ਪੁਰਖੀ ਕਿੱਤੇ ਨੂੰ ਦੇਖੋ, ਜੱਜ ਦਾ ਮੁੰਡਾ ਵਕੀਲ ਦਾ ਮੁੰਡਾ ਵਕੀਲ ਬਣਦਾ, ਡਾਕਟਰ ਦਾ ਮੁੰਡਾ ਡਾਕਟਰ ਬਣਦਾ, ਪਿਤਾ ਪੁਰਖੀ ਕਿੱਥੇ ਤੁਸੀਂ ਆਉਂਦੇ ਹੋ। ਜੇ ਅਸੀਂ ਇਹਨੂੰ ਛੱਡ ਕੇ ਚੱਲ ਜਾਂਗੇ, ਪੰਜਾਬ ਦਾ ਯੂਥ ਕਿੰਨਾ ਕੁ ਆਪਾਂ ਦੇਖਦੇ ਹਾਂ ਰੋਜ਼ ਚਾਹੇ ਮੀਡੀਆ ਕਵਰ ਕਰੇ ਚਾਹੇ ਨਾ ਕਰੇ, ਰਿਐਲਿਟੀ ਕੀ ਹੈ, ਕਿੰਨੇ ਪਰਸੈਂਟ ਮੁੰਡੇ ਨਸ਼ਿਆਂ 'ਚ ਨੇ, ਕਿੰਨੇ ਪਰਸੈਂਟ, 80% ਪੰਜਾਬ 'ਚ ਬੱਚੇ ਜਿਹੜੇ ਪੜ੍ਹਦੇ ਨੇ ਉਹ ਬਾਹਰ ਜਾਣ ਲਈ ਪੜ੍ਹਦੇ ਨੇ ਵੀ ਅਸੀਂ ਬਾਹਰ ਚੱਲ ਜਾਈਏ। ਸੋ ਜੇ ਮੈਨੂੰ ਇਹ ਲੱਗਿਆ ਜੇ ਮੈਂ ਵੀ ਚਲਿਆ ਜਾਊਂਗਾ ਤਾਂ ਮੇਰੇ ਫਾਦਰ ਦੀ ਜਿਹੜੀ ਮੇਰੇ ਫਾਦਰ ਅੱਜ ਕਿੰਨੀ ਦੇਰ ਇਹਨੂੰ ਕਰੀ ਜਾਣਗੇ। ਸੋ ਜੇ ਉਹਨੂੰ ਅੱਗੇ ਨਹੀਂ ਕੋਈ ਲੈ ਕੇ ਜਾ ਰਿਹਾ, ਕੱਲ੍ਹ ਨੂੰ ਮੈਂ ਬਾਹਰ ਚਲਿਆ ਗਿਆ, ਫਿਰ ਜ਼ਮੀਨ ਮੰਨ ਲਓ ਆਪਾਂ ਠੇਕੇ 'ਤੇ ਦੇ ਦਿੰਦੇ ਹਾਂ, ਜ਼ਿਆਦਾਤਰ NRI ਹੀ ਕਰਦੇ ਨੇ, ਤਾਂ ਤੁਸੀਂ ਉਹ ਠੇਕੇ 'ਤੇ ਕਿਹਨੇ ਐਫਰਟ ਕਰਨਾ? ਅਗਲੇ ਨੇ ਕਹਿਣਾ ਯਾਰ ਸੌਖਾ ਜਿਹਾ ਤਰੀਕਾ, ਅੱਗ ਲਾ ਕੇ ਪਰੇ ਕਰੋ, ਕੀ ਦਿਮਾਗ ਖਰਾਬ ਆ, ਦੁਨੀਆ ਵੀ ਕਹਿੰਦੀ ਆ ਵੀ ਪਾਗਲ ਹੋਏ ਨੇ। ਸੋ ਅਸੀਂ ਵੀ ਪਹਿਲਾਂ ਨੁਕਸਾਨ ਝੱਲੇ, ਕਰਕੇ ਸਾਨੂੰ ਤਜਰਬਾ ਆਇਆ ਵੀ ਸਹੀ ਤਰੀਕਾ ਕੀ ਹੈ ਕਰਨ ਦਾ। ਹੁਣ ਕਈ ਵੀਰਾਂ ਨੇ ਇਸ ਵਾਰੀ ਸਿੱਧੀ ਬਿਜਾਈ ਕੀਤੀ, ਉਹਨਾਂ ਨੂੰ ਲੱਗਿਆ ਕਿ ਸਾਡੀ ਤਾਂ ਫਸਲ ਮਰ ਗਈ, ਲੇਕਿਨ ਉਹ ਭੁੱਲ ਬੈਠੇ ਜਦੋਂ ਬਿਜਾਈ ਕਰ ਰਹੇ ਸੀ, ਉਹਨਾਂ ਨੇ ਥੋੜ੍ਹੀ ਡੂੰਘੀ ਬੀਜਤੀ। ਡੂੰਘੀ ਬੀਜੀ ਕਰਕੇ ਜਦੋਂ ਹੁਣ ਘੁੱਟਿਆ ਗਿਆ ਉਹਦਾ ਸਾਹ, ਉਹਨੇ ਨਹੀਂ ਹੋਣਾ। ਜੇ ਉਹਨਾਂ ਦਾ ਪਹਿਲਾਂ ਤਜਰਬਾ, ਉਹਨਾਂ ਨੇ 2-2 ਕਨਾਲ ਦਾ ਪਹਿਲਾਂ ਕਰਕੇ ਦੇਖਿਆ ਹੁੰਦਾ, ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੀ ਅਸੀਂ ਉੱਚੀ ਰੱਖ ਕੇ ਬੀਜੀ ਆ ਉਹਦਾ ਝਾੜ ਬਹੁਤ ਸੋਹਣਾ ਹੁੰਦਾ, ਉਹ ਕੱਦੂ ਕੀਤੇ ਵਾਲੀ ਦੇ ਬਰਾਬਰ ਦਾ ਝਾੜ ਨਿਕਲ ਜਾਂਦਾ। ਔਰ ਜਿਹੜੀ ਆਪਣੀ ਆਹ ਵੱਟਾਂ ਵਾਲੀ ਲੱਗੀ ਹੋਈ ਹੈ, ਇਹਦਾ ਅਸੀਂ ਪਿਛਲੀ ਵਾਰੀ 40 ਕੁਇੰਟਲ ਝਾੜ ਕੱਢਿਆ ਸੀ, ਜਦ ਕਿ ਮੈਂ ਤੁਹਾਨੂੰ ਵੀਡੀਓਜ਼ ਦਿਖਾ ਸਕਦਾ ਕਿ ਇੱਥੇ ਬਹੁਤ ਜ਼ਿਆਦਾ ਫਲੱਡ ਆਏ ਸੀ ਪਿਛਲੀ ਵਾਰੀ। ਇਹ ਸਾਰਾ ਏਰੀਆ ਪਾਣੀ ਦੀ ਮਾਰ 'ਚ ਆ ਗਿਆ ਸੀਗਾ, ਤਾਂ ਵੀ 40 ਕੁਇੰਟਲ ਨਿਕਲਿਆ। ਔਰ ਇਸ ਵਾਰੀ ਪ੍ਰਮਾਤਮਾ ਸੁੱਖ ਰੱਖੇ, ਆਪਣਾ ਇਹ ਆਸ ਆ ਆਪਾਂ ਨੂੰ ਕਿ ਆਪਾਂ 45 ਕੁਇੰਟਲ ਦਾ ਜਿਹੜਾ ਝਾੜ ਆ ਉਹ ਅਚੀਵ ਕਰਾਂਗੇ। ਠੀਕ ਹੈ। ਅੱਛਾ ਅਮਰਿੰਦਰ, ਤੁਸੀਂ ਗੱਲ ਕੀਤੀ ਹੈ ਕਿ ਡਰਦੇ ਨੇ ਅਤੇ ਇੱਕ ਅਵੇਅਰਨੈਸ ਦੀ ਘਾਟ ਹੈ। ਹੁਣ ਅਸੀਂ ਵੀ ਕਿਸਾਨ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਹਾਂ, ਅਤੇ ਜੋ ਸਾਡੇ ਚਾਚੇ ਤਾਏ ਨੇ, ਉਹਨਾਂ ਨੇ ਐਕਸਪੈਰੀਮੈਂਟ ਕੀਤੇ ਨੇ, ਜੋ ਤੁਸੀਂ ਕਹਿ ਚੁੱਕੇ ਹੋ ਕਿ ਲੋਕਾਂ ਨੇ ਲਾਏ, ਪਰ ਉਸ ਤੋਂ ਬਾਅਦ ਵਾਹਤੀਆਂ। ਇਸ ਵਾਰ ਵੀ ਇੱਕ ਨੇ ਹੋਇਆ, ਸਾਡੇ ਵੀ ਘਰਾਂ ਦੇ ਵਿੱਚੋਂ ਉਹਨਾਂ ਨੇ ਸਿੱਧੀ ਬਿਜਾਈ ਕਰਤੀ, ਔਰ 10-15 ਦਿਨ ਬਾਅਦ ਉਹਨਾਂ ਨੇ ਵਾਹਤੀ। ਉਹ ਕਿਉਂ? ਕਿਉਂਕਿ ਉਹ ਕਹਿੰਦੇ ਨੇ ਜਦੋਂ ਜੱਟ ਨੂੰ ਨਾਲ ਦੇ ਖੇਤ ਦੇ ਵਿੱਚ ਫਸਲ ਵੱਡੀ ਦਿਖ ਜਾਵੇ ਤਾਂ ਉਹਦਾ ਦਿਲ ਵੀ ਬਲਬਲੇ ਉੱਠਦੇ ਨੇ ਕਿ ਯਾਰ ਇਹਦੀ ਫਸਲ ਵੱਡੀ ਹੋ ਗਈ, ਮੇਰੀ ਕਿਉਂ ਨਹੀਂ ਹੋਈ? ਨਹੀਂ ਮਾਰ ਰਹੀ। ਮਤਲਬ ਇੱਥੇ ਤੁਹਾਨੂੰ ਕੀ ਲੱਗਦਾ ਕਿ ਘਾਟ ਕਿਸ ਚੀਜ਼ ਦੀ ਘਾਟ ਹੈ? ਜੋ ਕਿਸਾਨ, ਇੱਕ ਡਰ ਵੀ ਆ ਉਹਨਾਂ ਦੇ ਮਨ ਦੇ ਵਿੱਚ, ਕਿਸ ਚੀਜ਼ ਦੀ ਘਾਟ? ਉਹ ਫਿਰ ਕਿਸਾਨ ਜਦੋਂ ਮਾਰਦਾ ਲਾਲੇ ਦੀ ਦੁਕਾਨ 'ਤੇ ਗੇੜਾ, ਲਾਲਾ ਦੇਖ ਕੀ ਰਹਿ ਗਿਆ, ਇੱਕ ਤਾਂ ਉਹ ਤੋਂ ਵਿਆਜ 'ਤੇ ਪੈਸੇ ਚੱਕੇ ਆ, ਫਿਰ ਇੱਕ ਉਹਦੇ ਤੋਂ ਹੀ ਦਵਾਈ ਲੈ ਕੇ ਪਾਉਣੀ ਆ, ਬੀਜ ਵੀ ਉਹ ਤੋਂ ਹੀ ਲਿਆ ਹੋਇਆ। ਲਾਲਾ ਕਹਿੰਦਾ ਵੀ ਯਾਰ ਜੱਟਾ, ਉਹਨੇ ਫਲਾਣੇ ਨੇ ਤਾਂ ਫਲਾਣੀ ਪੁੜੀ ਪਾਈ ਆ,
ਇਹਨੇ ਵੀ 400 500 ਦਾ ਟੀਕਾ ਕਿੱਲੇ ਦਾ ਲਾ ਕੇ ਦੇ ਦੇਣਾ। ਜੱਟ ਨੇ ਕਹਿਣਾ ਲੈ ਬੱਲੇ ਬੱਲੇ। ਉਹ ਹੈ ਕੀ ਬੇਸਿਕਲੀ ਜਿਹੜੀ ਵੀ ਕੋਈ ਪੁੜੀ ਦਊਗਾ, ਕੋਈ ਜਿਵੇਂ ਆਪਾਂ ਜਿਮ ਵਾਲੇ ਮੁੰਡੇ ਨੂੰ ਕਿਸੇ ਨੂੰ ਸਟੀਰੋਇਡ ਦਿੰਦੇ ਆ, ਸਪੋਰਟ ਸਿਸਟਮ ਹੀ ਹੈ ਇੱਕ, ਠੀਕ ਹੈ। ਉਹ ਪਰ ਜਦੋਂ ਤੁਸੀਂ ਜ਼ਮੀਨ ਨੂੰ ਕੁਛ ਇਹੋ ਜਿਹੇ ਆਪਾਂ ਕੈਮੀਕਲਸ ਤੇ ਲਾਵਾਂਗੇ, ਚਾਹੇ ਮੈਂ ਇਹ ਨਹੀਂ ਕਹਿੰਦਾ ਵੀ ਉਹ ਨਿਰਾ ਪੂਰਾ ਸਟੀਰੋਇਡ ਹੀ ਹੋਊਗਾ, ਕੋਈ ਨਾ ਕੋਈ ਤਾਂ ਕੈਮੀਕਲ ਆ ਨਾ ਜਿਹੜਾ ਪਾ ਰਹੇ ਆ। ਸੋ ਪਰ ਇਹ ਗੱਲ ਠੀਕ ਹੈ ਤੁਸੀਂ ਦੱਸ ਰਹੇ ਹੋ, ਪਰ ਇਹਨੂੰ ਹੁਣ ਇਹਦਾ ਹੱਲ ਕੀ ਹੈ? ਜਿਵੇਂ ਹੁਣ ਕੋਈ ਅਵੇਅਰਨੈਸ ਉਹਨਾਂ ਕਿਸਾਨਾਂ ਤੱਕ ਨਹੀਂ ਪਹੁੰਚੀ ਤਾਂ ਉਹ ਕਰਨ ਕੀ? ਜਿਵੇਂ ਹੁਣ ਤੁਸੀਂ ਇਹਦੀ ਵਿਧੀ ਦੱਸ ਦੇਵੋ ਤਾਂ ਕਿਸਾਨਾਂ ਨੂੰ ਮੈਨੂੰ ਲੱਗਦਾ ਕਿ ਸਾਡੇ ਮਾਧਿਅਮ ਰਾਹੀਂ ਜੇ ਸੁਣ ਲੈਣ ਤਾਂ ਉਹ ਅੱਗੇ ਤੋਂ ਇਹ ਹੌਸਲਾ ਪਾ ਲੈਣ। ਦੇਖੋ, ਸਭ ਤੋਂ ਪਹਿਲੇ ਨੰਬਰ ਤੇ ਤਾਂ ਮੈਂ ਇਹ ਗੱਲ ਕਹਿਣੀ ਚਾਹੂੰਗਾ, ਪਹਿਲੀ ਗੱਲ ਤਾਂ ਜਿਵੇਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ, ਕਈ ਕਿਸਾਨਾਂ ਨੇ ਇਸ ਵਾਰੀ ਇਹ ਚੀਜ਼ ਫੇਸ ਕੀਤੀ ਕਿ ਜਿਹੜੇ ਡੂੰਘੀ ਬੀਜ ਬੈਠੇ, ਨਹੀਂ ਤਜਰਬਾ ਸੀਗਾ, ਉਹਨਾਂ ਨੂੰ ਲੱਗਦਾ ਕਿ ਅਸੀਂ ਨੁਕਸਾਨ ਕਰ ਲਿਆ, ਉਹਨਾਂ ਨੇ ਵਾਹਤੀ ਦੁਬਾਰਾ ਕੱਦੂ ਕੀਤਾ ਬੀਜੀ। ਅਤੇ ਜੇ ਹੀ ਉਹਨਾਂ ਨੇ ਕਦੇ ਕਨਾਲ ਕਨਾਲ ਦਾ ਤਜਰਬਾ ਕੀਤਾ ਹੁੰਦਾ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ, ਜਿਹੜੀ ਗੱਲ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ। ਹੁਣ ਉੱਦਾਂ ਹੀ ਇਹ ਕੱਦੂ ਵਾਲੀ ਅਤੇ ਕੱਦੂ ਤੋਂ ਬਿਨਾਂ ਜਦੋਂ ਆਪਾਂ ਇੱਕ ਚਲਦੀ ਪ੍ਰਥਾ ਤੋਂ ਅਲੱਗ ਕੁਛ ਕਰਦੇ ਹਾਂ ਤਾਂ ਆਪਾਂ ਨੂੰ ਕਈ ਤਰ੍ਹਾਂ ਦੇ ਮੌਸਮ ਦੇ ਵੀ, ਹੁਣ ਆਪਾਂ ਨੂੰ ਪਤਾ ਨਹੀਂ ਸੀ ਵੀ ਅੱਜ ਮੌਸਮ ਇਹੋ ਜਿਹਾ ਹੋਊਗਾ, ਆਪਾਂ ਧੁੱਪ ਦੇ ਅਕੋਰਡਿੰਗ ਪਲਾਨ ਕੀਤਾ ਹੋਇਆ ਸੀ ਪਰ ਮੌਸਮ ਬਦਲ ਗਿਆ। ਸੋ ਇੱਦਾਂ ਹੀ ਵਿਧੀਆਂ ਜਿਹੜੀਆਂ ਕੁਦਰਤੀ ਖੇਤੀ ਦੀਆਂ ਨੇ, ਆਪਾਂ ਨੂੰ ਪਤਾ ਨਹੀਂ ਕਿੱਥੇ ਜਾ ਕੇ ਕਿਹੜੀ ਪ੍ਰੋਬਲਮ ਆ ਜਾਣੀ ਹੈ, ਕਿੱਥੇ ਜਾ ਕੇ ਕਿਹੜੀ ਪ੍ਰੋਬਲਮ 'ਚੋਂ ਨਿਕਲ ਜਾਣਾ। ਤਾਂ ਜਦੋਂ ਹੁਣ ਆਪਾਂ ਸਭ ਤੋਂ ਪਹਿਲੀ ਗੱਲ ਤਾਂ ਇਹਨੂੰ ਕਾਮਯਾਬ ਬਣਾਇਆ ਪਿਛਲੀ ਵਾਰੀ ਕਾਮਯਾਬ ਪੂਰੀ ਤਸੱਲੀ ਆਪਾਂ ਨੂੰ ਮਿਲੀ ਵੀ 40 ਕੁਇੰਟਲ ਝਾੜ ਜੇ ਪਾਣੀ ਦੀ ਮਾਰ ਵਾਲੀ ਜੀਰੀ ਨੇ ਕੱਢਤਾ ਤਾਂ ਜੇ ਵਧੀਆ ਫਸਲ ਹੋਊਗੀ ਤਾਂ ਕੀ ਹੋਊਗਾ, ਠੀਕ ਹੈ, ਹੌਸਲਾ ਮਿਲਿਆ। ਹੁਣ ਅਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਦੱਸ ਸਕਦੇ ਹਾਂ ਵੀ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਪਹਿਲਾਂ ਖੇਤ ਆਪਦੇ ਚੰਗੀ ਤਰ੍ਹਾਂ ਵਾਹੋ, ਜਿਵੇਂ ਆਲੂ ਵਾਂਗੂ ਵੱਟਾਂ ਪਾਉਂਦੇ ਆ, ਵੱਟਾਂ ਪਾਓ, ਵੱਟਾਂ ਪਾ ਕੇ ਵੱਟਾਂ 'ਤੇ ਜੀਰੀ ਲਾਓ, ਤੁਹਾਡਾ 10 ਕੁਇੰਟਲ ਝਾੜ ਆ ਜਿਹੜਾ ਉਹ ਵਧੂਗਾ, ਤੁਹਾਡਾ ਖਰਚਾ ਉਹ 40% ਡੈਫੀਨੇਟਲੀ ਘਟੂਗਾ, ਕਿਉਂਕਿ ਤੁਹਾਡੀ ਉੱਲੀ ਰੋਗ ਦੀਆਂ ਜਿਹੜੀਆਂ ਸਪਰੇਹਾਂ ਨੇ ਉਹ ਬਚ ਜਾਣਗੀਆਂ। ਮੈਂ ਇਹ ਨਹੀਂ ਕਹਿੰਦਾ ਵੀ 100% ਘੱਟ ਜਾਊਗਾ, ਖਰਚਾ ਆਊਗਾ, ਕਿਉਂਕਿ ਅਕਸਰ ਪਹਿਲਾਂ ਜ਼ਮੀਨ ਵਾਹੁਣੀ ਵੀ ਹੈ ਚੰਗੀ ਤਰ੍ਹਾਂ, ਵੱਟਾਂ ਪਾਉਣੀਆਂ ਨੇ, ਫਿਰ ਤੁਸੀਂ ਜੇ ਸਪਰੇਅ ਦੀ ਲੋੜ ਆ ਉਹ ਵੀ ਕਰੋਗੇ, ਲੇਕਿਨ ਉੱਲੀ ਰੋਗ ਦੀਆਂ ਜਿਹੜੀਆਂ ਸਪਰੇਹਾਂ ਨੇ ਉਹ ਕਰਨ ਦੀ ਲੋੜ ਨਹੀਂ ਪੈਣੀ। ਤੁਹਾਡਾ ਝਾੜ ਆ 10 ਕੁਇੰਟਲ ਵੱਧ ਗਿਆ। ਸਭ ਤੋਂ ਵੱਡੀ ਗੱਲ ਮੈਂ ਹਰੇਕ ਜ਼ਿਮੀਂਦਾਰ ਨੂੰ, ਜੇ ਮੈਂ ਇਹ ਕਹਾਂ ਕਿ ਮੈਂ ਸਾਰੇ ਪੰਜਾਬ ਦੇ ਜ਼ਿਮੀਂਦਾਰਾਂ ਨੂੰ, ਜਦੋਂ ਉਹ ਆਪਦੇ ਖੇਤਾਂ 'ਚ ਜੀਰੀ ਲਾਉਂਦੇ ਨੇ, ਹਰੇਕ ਦੀ ਜੇਬ 'ਚ 3000 ਰੁਪਇਆ ਕਿੱਲੇ ਦੇ ਹਿਸਾਬ ਨਾਲ ਪੈਸੇ ਮੈਂ ਪਾਵਾਂ, ਤੁਸੀਂ ਕੀ ਸੋਚੋਗੇ? ਜੇ ਹਰੇਕ ਜ਼ਿਮੀਂਦਾਰ ਕੱਦੂ ਕਰਨਾ ਛੱਡ ਦੇ, ਉਹ 3000 ਰੁਪਏ ਏਕੜ ਦਾ ਜਿਹੜਾ ਖਰਚਾ ਕਰਦਾ ਉਹ ਤਾਂ ਉਹ ਆਪਦੀ ਜੇਬ 'ਚੋਂ ਕਰਦਾ, ਕਿਤੋਂ ਤਾਂ ਲਿਆਉਂਦਾ ਪੈਸੇ, ਚਾਹੇ ਕੋਈ 2 ਕਿੱਲੇ ਦਾ ਕਰਦਾ, ਚਾਹੇ ਕੋਈ 100 ਕਿੱਲੇ ਦੀ ਕਰਦਾ। ਜੇ ਮੈਂ ਕਹਾਂ ਕਿ ਸਾਰੇ ਪੰਜਾਬ ਦੇ ਕਿਸਾਨ ਕਿੰਨੇ ਲੱਖ ਏਕੜ ਨੇ, ਇਸ ਵਾਰੀ ਆਪਣੇ ਨਾਲ ਜੁੜ ਕੇ ਤਕਰੀਬਨ ਆਪਣੀ ਟੀਮ ਨੇ ਜਿਹੜੀ ਹਰ ਪਿੰਡਾਂ ਜਾ ਕੇ ਚੈੱਕ ਕਰਦੀ ਹੈ, 5 ਲੱਖ ਏਕੜ ਏਰੀਆ ਜਿਹੜਾ ਆਪਾਂ ਇਸ ਵਾਰੀ ਪੰਜਾਬ 'ਚ ਦੇਖਾਂਗੇ ਜਿਹੜਾ ਵੱਟਾਂ 'ਤੇ ਜੀਰੀ ਆਪਣਾ ਲਵਾਈ ਹੋਈ ਆਪਣੀ। ਅੱਛਾ, ਇੱਕ ਹੋਰ ਸਵਾਲ ਇਹਦੇ ਰਿਲੇਟਡ ਆ ਜਾਂਦਾ, ਜਿਵੇਂ ਵੱਟਾਂ 'ਤੇ ਝੋਨਾ ਲਾਉਂਦੇ ਨੇ ਤਾਂ ਕਿਸਾਨਾਂ ਦਾ ਇੱਕ ਉਹ ਕਹਿ ਲਓ ਤੁਸੀਂ ਡਰ ਰਹਿੰਦਾ, ਮਨ ਦੇ ਵਿੱਚ ਸਵਾਲ ਰਹਿੰਦਾ ਕਿ ਵੱਟਾਂ 'ਤੇ ਜੇ ਝੋਨਾ ਲਾਉਂਦੇ ਤਾਂ ਕੱਖ ਬੜੇ ਹੁੰਦੇ ਨੇ, ਤਾਂ ਇਹਦੇ ਬਾਰੇ ਕੀ ਸੋਲਿਊਸ਼ਨ ਹੈ ਤੁਹਾਡੇ ਕੋਲ? ਦੇਖੋ, ਜਿਹੜੀ ਕੱਖਾਂ ਵਾਲੀ ਗੱਲ ਆ, ਐਂ ਤਾਂ ਬਿਮਾਰੀਆਂ ਵੀ ਬਹੁਤ ਹੁੰਦੀਆਂ ਨੇ ਜੀ। ਹੁਣ ਕਰੋਨਾ ਆਇਆ, ਡਾਕਟਰ ਲੱਭ ਰਿਹਾ ਨਾ ਦਵਾਈ, ਹਾਰ ਤਾਂ ਨਹੀਂ ਮੰਨੀ। ਸੋ ਉਵੇਂ ਜਿਹੜੇ ਕੱਖ ਨੇ, ਜੀਰੀ ਦੇ ਕੱਖ ਕੱਢਣੇ ਕਿੱਡੀ ਕੁ ਬੜੀ ਗੱਲ ਆ ਡਾਕਟਰਾਂ ਲਈ, ਜਿਹੜੇ ਕਰੋਨਾ ਦੀਆਂ ਦਵਾਈਆਂ ਲੱਭ ਰਹੇ ਨੇ। ਸੋ ਬੜੇ ਮਾਹਰ ਬੈਠੇ ਨੇ, ਯੂਨੀਵਰਸਿਟੀਆਂ ਨੇ, ਬਹੁਤ ਦੇਰ ਦੀਆਂ ਬਹੁਤ ਵੱਡੀਆਂ ਕੰਪਨੀਆਂ ਦੀ ਇਨਵੈਸਟਮੈਂਟਾਂ ਚੱਲਦੀਆਂ ਨੇ, ਰਿਸਰਚਾਂ ਚੱਲਦੀਆਂ ਨੇ। ਹੁਣ ਇੱਕ ਦਵਾਈ ਆ ਕਾਉਂਸਲ ਐਕਟਿਵ, ਬਾਇਰ ਕੰਪਨੀ ਦੀ ਹੈ। ਮੈਂ ਨਹੀਂ ਰეკਮੈਂਡ ਕਰਦਾ ਕਿ ਜ਼ਿਆਦਾ ਦਵਾਈਆਂ ਪਾਓ, ਲੇਕਿਨ ਜੇ ਤੁਹਾਡੇ ਕੱਖ ਹੋ ਜਾਂਦੇ ਨੇ, ਆਪਣੇ ਕੋਲੇ ਹੋਰ ਕੋਈ ਹੱਲ ਨਹੀਂ, ਕਿਉਂਕਿ ਆਪਾਂ ਕੱਦੂ ਨਹੀਂ ਕਰਨਾ, ਆਪਾਂ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਜੇ ਉਸ ਮਜਬੂਰੀ 'ਚ ਆਪਣੀ ਕਿਸੇ ਪ੍ਰੋਬਲਮ ਦੇ ਵਿੱਚ ਆਪਾਂ ਨੂੰ ਕੋਈ ਸਪਰੇਅ ਕਰਨੀ ਪੈ ਰਹੀ ਆ ਤਾਂ ਮੈਂ ਕਹਿੰਦਾ ਕਿ ਅਸੀਂ ਕਿਉਂਕਿ ਪ੍ਰੈਕਟੀਕਲੀ ਕਰਕੇ ਦੇਖੀ, ਉਹਨੇ ਸਾਡੇ ਕੋਈ ਕੱਖ ਨਹੀਂ ਹੋਣ ਦਿੱਤਾ। ਅਸੀਂ ਸਪਰੇਅ ਕੀਤੀ, ਤੁਸੀਂ ਜੀਰੀ ਦੇਖ ਸਕਦੇ ਹੋ ਪੂਰੀ ਵਧੀਆ ਖੜੀ ਹੈ। ਤੁਸੀਂ ਜਦੋਂ ਜੀਰੀ ਲਾਉਣੀ ਆ, 2 ਦਵਾਈਆਂ ਨੇ ਆਮ ਤੌਰ 'ਤੇ, ਜਦੋਂ ਜ਼ਿਮੀਂਦਾਰ ਕੱਦੂ ਕਰਦੇ ਨੇ, ਕੱਦੂ ਕਰਕੇ ਉਹ 'ਚ ਬੂਟਾ ਕਲੋਰ ਦਵਾਈ ਪਾਉਂਦੇ ਨੇ। ਤੁਸੀਂ ਦੇਖਿਆ ਹੋਣਾ, ਚਿੱਟੀ ਜਿਹੀ ਬੋਤਲ ਨਾਲ ਐਂ ਛਿੜਕਾਉਂਦੇ ਫਿਰ ਰਹੇ ਹੁੰਦੇ ਨੇ, ਬੂਟਾ ਕਲੋਰ ਪਾਉਂਦੇ ਨੇ। ਆਪਾਂ ਇਹਦੇ ਉੱਤੇ ਪ੍ਰਟੀਲਾ ਕਲੋਰ ਅਤੇ ਇੱਕ ਸਾਥੀ ਨਾਮ ਦੀ ਦਵਾਈ ਆ, ਉਹਦੀ ਸਪਰੇਅ ਕੀਤੀ। ਤੁਸੀਂ ਦੇਖ ਸਕਦੇ ਹੋ ਵੱਟਾਂ 'ਤੇ ਕੋਈ ਕੱਖ ਨਹੀਂ ਹੈਗਾ, ਇਕੱਲੀ ਜੀਰੀ ਖੜੀ ਆ, ਬਰਸਾਤਾਂ ਵੀ ਹੋ ਲਈਆਂ, ਪਾਣੀ ਵੀ ਲਾ ਲਿਆ। ਅਤੇ ਜੇ ਕਿਤੇ ਕੋਈ ਕਿਸਾਨ ਸਪਰੇਅ ਕਰਨ ਨੂੰ ਲੇਟ ਹੋ ਜੇ ਅਤੇ ਮਤਲਬ ਹਜੇ ਉਹਨੇ ਸਪਰੇਅ ਨਹੀਂ ਸੀ ਕੀਤੀ ਅਤੇ ਬਾਰਿਸ਼ ਪੈ ਗਈ, ਕੱਖ ਜੰਮਿਆ, ਜਿਵੇਂ ਮੈਂ ਤੁਹਾਨੂੰ ਉੱਧਰ ਆਪਣੀਆਂ ਵੱਟਾਂ ਦਿਖਾਈਆਂ, ਕੱਖ ਜੰਮਿਆ। ਸੋ ਉਸ ਜ਼ਮੀਨ 'ਤੇ ਫਿਰ ਆਪਾਂ ਪਹਿਲਾਂ ਕੋਈ ਹੋਰ ਸਪਰੇਅ ਕਰਕੇ ਜਾਂ ਉਹਦੀ ਗੁਡਾਈ ਕਰਕੇ ਉਸ ਕੱਖ ਨੂੰ ਕੱਢ ਸਕਦੇ ਹਾਂ, ਅਤੇ ਜਾਂ ਉਹਦੇ ਉੱਤੇ ਕਾਉਂਸਲ ਐਕਟਿਵ ਕਰ ਸਕਦੇ ਹਾਂ। ਉਹ ਸਾਰੇ ਕੱਖ ਮਾਰ ਦਿੰਦੀ ਆ ਅਤੇ ਤੁਸੀਂ ਫਿਰ ਆਪਦੀ ਜੀਰੀ ਲਾ ਸਕਦੇ ਹੋ। ਅੱਛਾ ਅਮਰਿੰਦਰ, ਜਿਵੇਂ ਕੱਦੂ ਦੀ ਗੱਲ ਹੈ, ਤੁਸੀਂ ਕਿਹਾ ਕਿ ਕੱਦੂ ਜਦੋਂ ਕਰਦੇ ਆ ਤਾਂ ਇੱਕ ਪਰਤਾਂ ਬਣ ਜਾਂਦੀਆਂ ਨੇ, ਪਲਸਤਰ ਜਿਵੇਂ ਹੁੰਦਾ
ਤਾਂ ਉਹ ਕਨਸੈਪਟ ਇੱਕ ਵਾਰ ਮੈਂ ਕਹੂੰਗਾ ਕਿ ਜ਼ਰੂਰ ਤੁਸੀਂ ਸਾਂਝਾ ਕਰੋ ਕਿ ਉਹਦੇ ਨਾਲ ਆਪਾਂ ਨੂੰ ਨੁਕਸਾਨ ਕਿੰਨਾ, ਤੇ ਇਹ ਜਿਹੜਾ ਕਨਸੈਪਟ ਹੈ ਤੇ ਇਹ ਕਿੰਨੇ ਕੁ ਸਮੇਂ ਦੇ ਵਿੱਚ ਤੁਸੀਂ ਕਰ ਲੈਂਦੇ ਹੋ। ਇੱਕ ਹੁਣ ਜਿਵੇਂ ਇੱਕ ਆਮ ਲਾ ਲਈਏ ਕਿ ਇੱਕ ਕਿੱਲੇ ਦੇ ਵਿੱਚ ਆਪਾਂ ਜੇਕਰ ਕੱਦੂ ਕਰਦੇ ਹਾਂ ਤੇ ਇੱਕ ਕਿੱਲੇ ਦੇ ਵਿੱਚ ਆਪਾਂ ਇਹ ਝੋਨਾ ਲਾਉਣਾ, ਤਾਂ ਦੋਨਾਂ ਦੇ ਵਿੱਚ ਆਪਾਂ ਪਹਿਲਾਂ ਕਿਸ ਦੇ ਵਿੱਚ ਇੱਕ ਸਫਲ ਹੋ ਜਾਂਦਾ, ਇੱਕ ਟਾਈਮ ਕਹਿ ਲਓ ਤੁਸੀਂ ਵੀ, ਲੇਬਰ ਵੀ ਪਲੱਸ ਉਹਦੇ ਤੇ ਕਿੰਨਾ ਤੇ ਇੱਧਰ ਖਰਚਾ, ਇੱਕ ਆਮ ਜੀ ਜੇ ਸੁਧਾਰਨ ਗੱਲ ਲੋਕਾਂ ਨੂੰ ਸਮਝ ਆ ਜਾਏ। ਦੇਖੋ ਜਿਹੜੀ ਕੱਦੂ ਵਾਲੀ ਗੱਲ ਆ, ਕੱਦੂ ਆਪਾਂ ਜਦੋਂ ਕਰਦੇ ਹਾਂ, ਆਪਾਂ ਪਹਿਲਾਂ ਖੇਤ ਨੂੰ ਪਾਣੀ ਲਾਇਆ, ਪਾਣੀ ਲਾ ਕੇ ਉਹਦੇ 'ਚ ਟਰੈਕਟਰ ਬਾੜ ਲਿਆ ਜੀ, ਉਹਨੂੰ ਗਾਹਲ ਕਰੀ ਗਏ, ਧਰਤੀ ਨੂੰ ਪੱਟ ਕੇ ਐਨ ਪੋਲੀ ਕਰ ਦੇਣਾ। ਫਿਰ ਜਦੋਂ ਉਹ 'ਚ ਪਾਣੀ ਲਾ ਕੇ ਛੱਡਤਾ, ਸੁਹਾਗਾ ਮਾਰਤਾ, ਫਿਰ ਉਹਨੇ ਹੌਲੀ ਬਹਿਣਾ। ਜਦੋਂ ਉਹਨੇ ਬਹਿਣਾ ਉਹਦੇ 'ਚ ਲੈਂਟਰ ਲੱਗ ਜਾਣਾ, ਪਾਣੀ ਦੀ ਥੱਲੇ ਰੀਫਿਲਿੰਗ ਬੰਦ ਹੋ ਗਈ। ਜਦੋਂ ਲੈਂਟਰ ਆਪਾਂ ਜਦੋਂ ਕੱਦੂ ਕਰਦੇ ਹਾਂ, ਪਾਣੀ ਦਾ ਜਿਹੜਾ ਬੇਸਿਕ ਫਾਰਮੂਲਾ ਉਹ ਕੀ ਆ, H2O, 2 ਹਾਈਡਰੋਜਨ 1 ਆਕਸੀਜਨ। ਆਪਾਂ ਜਦੋਂ ਕੱਦੂ ਕਰਦੇ ਹਾਂ, ਮਿਥੇਨ ਪ੍ਰੋਡਿਊਸ ਹੋ ਗਈ। ਮਿਥੇਨ ਦਾ ਇੱਕ ਮੋਲੀਕਿਊਲ ਕਾਰਬਨ ਡਾਈਆਕਸਾਈਡ ਦੇ 23 ਮੋਲੀਕਿਊਲ ਦੇ ਬਰਾਬਰ ਆ। ਇੰਨੀ ਹੁਮਸ ਹੋ ਗਈ, ਆਕਸੀਜਨ ਨੂੰ ਤਾਂ ਆਪਾਂ ਉਹ ਤੋਂ ਘੁੱਟਤਾ, ਬੂਟੇ ਨੂੰ ਆਕਸੀਜਨ ਕਿੱਥੋਂ ਮਿਲਣੀ ਆ, ਠੀਕ ਹੈ। ਅਤੇ ਉਹ ਜਿੰਨਾ ਉਹ ਜਦੋਂ ਲੈਂਟਰ ਲੱਗ ਗਿਆ, ਨਾ ਤਾਂ ਥੱਲੇ ਕ੍ਰੋਸਿੰਗ ਹੋਣੀ ਹੈ, ਥੱਲਿਓਂ ਸਾਹ ਘੁੱਟ ਗਿਆ, ਅਤੇ ਜਿਹੜੀ ਉਹਦੇ ਵਿੱਚ ਆਕਸੀਜਨ ਸੀ ਉਹ ਵੀ ਆਪਾਂ ਕੱਢਤੀ, ਪਾਣੀ ਨੇ ਤਪਸ਼ ਮਾਰਨੀ ਹੈ। ਅਤੇ ਖਰਚਾ ਆਪਣਾ ਜਿਹੜਾ ਸਿੱਧਾ ਕੱਦੂ ਦਾ, ਉਹ 3000 ਦਾ ਕੱਦੂ ਦਾ ਖਰਚਾ ਬਚ ਗਿਆ। ਆਪਾਂ ਸਿੰਪਲ ਖੇਤ ਨੂੰ ਵਾਹੁਣਾ ਕੱਦੂ ਕੀਤੇ ਤੋਂ ਬਿਨਾਂ, ਖੇਤ ਨੂੰ ਵਾਹਿਆ, 2 ਵਾਰੀ ਵਾਹਿਆ, 3 ਵਾਰੀ ਵਾਹਿਆ। ਜਿਹੜੀਆਂ ਰਵੇਸਲੀਆਂ ਜ਼ਮੀਨਾਂ ਨੇ ਉੱਥੇ ਤਾਂ ਵੱਟਾਂ ਬਹੁਤ ਸੌਖੀਆਂ ਪੈ ਜਾਂਦੀਆਂ ਨੇ। ਸਾਡੀ ਜ਼ਮੀਨ ਆ ਸਾਧੂਗੜ੍ਹ ਕਲੇਲੋਂ, ਬਹੁਤ ਹਾਰਡ ਜ਼ਮੀਨ ਆ, ਡਾਕਰ ਆ, ਨਜਾਇਜ਼ ਲਾਲ ਡਾਕਰ, ਇੱਥੇ ਤਾਂ ਡਲੇ ਹੋ ਜਾਂਦੇ ਸੀ ਸਾਡੇ। ਅਸੀਂ ਕਿਉਂਕਿ 2006 ਤੋਂ ਪਰਾਲੀ ਲਗਾਤਾਰ ਵਿੱਚ ਵਾਹੀ ਜਾ ਰਹੀ ਆ, ਰੇਨਗਨ ਨਾਲ ਉਹ ਗਾਲੀ ਜਾ ਰਹੀ ਆ, ਤਾਂ ਕਰਕੇ ਜ਼ਮੀਨ ਪੋਲੀ ਹੋ ਗਈ, ਸਾਡੀ ਜ਼ਮੀਨ ਦੀ ਤਸੀਰ ਬਦਲਣੀ ਸ਼ੁਰੂ ਹੋ ਗਈ। ਇੱਕ ਬਹੁਤ ਵੱਡੀ ਗੱਲ ਆ। ਅਤੇ ਇੱਥੇ ਹੁਣ ਦੇਖੋ ਵੱਟਾਂ ਬੜੀਆਂ ਸੌਖੀਆਂ ਪਈਆਂ, 2 ਵਾਰੀ ਆਪਾਂ ਵਾਹੁੰਦੇ ਹਾਂ, ਜਿੰਨਾ ਖਰਚਾ ਤੁਸੀਂ ਕੱਦੂ 'ਤੇ ਕਰਨਾ ਸੀ ਉਹ ਤੋਂ ਕਿਤੇ ਘੱਟ ਖਰਚੇ ਤੁਹਾਡੀ ਵੱਟਾਂ ਪੈ ਜਾਂਦੀਆਂ, ਅਤੇ ਤੁਸੀਂ ਆਰਾਮ ਨਾਲ ਇੱਥੇ ਆਪਣੀ ਜਿਹੜੀ ਲੇਬਰ ਆ ਸਾਡੀ, ਉਹ ਕੱਦੂ ਵਾਲੇ ਜੀਰੀ ਲਾ ਕੇ ਖੁਸ਼ ਨਹੀਂ ਹੈਗੀ। ਉਹ ਕਹਿੰਦੇ ਸਾਨੂੰ ਵੱਟਾਂ ਵਾਲੀ ਜ਼ਮੀਨ ਹੋਰ ਦੇਵੋ, ਅਸੀਂ ਵੱਟਾਂ 'ਤੇ ਝੋਨਾ ਲਾ ਕੇ ਖੁਸ਼ ਹਾਂ, ਕਿਉਂਕਿ ਇਹਦੇ 'ਚ 70% ਤਾਂ ਬੂਟੇ 70 ਪੈਸੇ ਬੂਟੇ ਲੱਗਣੇ ਆ। ਜੇ ਕੱਦੂ ਵਾਲੇ ਖੇਤ 'ਚ ਆਪਾਂ 100 ਬੂਟੇ ਲਾ ਰਹੇ ਹਾਂ ਤਾਂ ਇਹਦੇ 70 ਬੂਟੇ ਲੱਗਣੇ ਆ। ਅਤੇ ਦੂਜੀ ਗੱਲ, ਕੱਦੂ ਵਾਲੇ ਦੇ ਵਿੱਚ ਉਹਨਾਂ ਨੇ 1 ਫੁੱਟ ਥੱਲੇ ਨੂੰ ਹੱਥ ਪਾਉਣਾ, ਇਹਦੇ 'ਚ ਵੱਟ ਕਿੱਥੇ, ਵੱਟ ਉੱਪਰ ਆ, 8-9 ਇੰਚ ਦਾ ਤਾਂ ਉਹੀ ਫਰਕ ਪੈ ਗਿਆ। 8-9 ਇੰਚ ਵੱਟ ਉੱਤੇ ਆ ਗਈ, 8-9 ਇੰਚ ਉਹਨਾਂ ਨੂੰ ਥੱਲੇ ਜਾਣਾ ਘੱਟ ਪਿਆ, ਉਹ ਸਮੇਂ ਉੱਥੇ ਉਹ 1.25 ਫੁੱਟ ਥੱਲੇ ਨੂੰ। ਅੱਛਾ, ਇਹ ਲੱਗਦਾ ਕਿਵੇਂ ਆ, ਥੋੜ੍ਹਾ ਦੱਸ ਸਕੋ ਕਿ ਪਾਣੀ ਛੱਡ ਕੇ ਜਿਵੇਂ ਕੱਦੂ ਦੇ ਵਿੱਚ ਲੱਗਦਾ, ਜਾਂ ਫਿਰ ਸਿੰਪਲ ਵੱਟਾਂ ਪੈ ਕੇ? ਸਿੰਪਲੀ ਵੱਟਾਂ, ਜਿਵੇਂ ਤੁਸੀਂ ਦੇਖ ਸਕਦੇ ਹੋ ਵੱਟਾਂ ਪਾਈਆਂ ਹੋਈਆਂ ਨੇ, ਵੱਟਾਂ ਦੇ ਉੱਤੇ ਲੇਬਰ ਨੇ ਖਾਲਾਂ 'ਚ ਤੁਰਨਾ, ਜਿਵੇਂ ਉਹ ਕੱਦੂ 'ਚ ਲਾਉਂਦੇ ਨੇ ਉੱਦਾਂ ਹੀ ਉਹਨਾਂ ਨੇ ਆਹ ਤਰੀਕਾ ਬਣਾਇਆ ਹੋਇਆ। ਇੱਥੇ ਬੂਟਾ ਰੱਖਣਾ, ਬੂਟਾ ਰੱਖ ਕੇ ਐਂ ਵੱਟ ਦੀ ਬੱਖੀ ਦੇ ਵਿੱਚ। ਮੇਰਾ ਸਵਾਲ ਇਹ ਹੈ ਕਿ ਉਦੋਂ ਪਾਣੀ ਕਿੰਨਾ ਕੁ ਹੁੰਦਾ, ਜਾਂ ਪਾਣੀ ਉਦੋਂ ਬਿਲਕੁਲ ਜਿਵੇਂ ਤੁਸੀਂ ਦੇਖ ਰਹੇ ਹੋ, ਜਿੰਨਾ ਹੁਣ ਤਾਂ ਬਾਰਿਸ਼ ਕਰਕੇ ਪਾਣੀ ਜ਼ਿਆਦਾ ਆ, ਇਸ ਤੋਂ ਅੱਧਾ ਪਾਣੀ ਕਹਿ ਸਕਦੇ ਹੋ, ਕਿ ਖਾਲ ਦੇ ਵਿੱਚੋਂ ਵੱਟ 'ਤੇ ਸਲਾਬ ਹੀ ਹੁੰਦੀ ਆ। ਹਾਂਜੀ, ਚਲੋ ਠੀਕ ਹੈ। ਸੋ ਇੱਕ ਮੈਂ ਜਾਂਦੇ ਜਾਂਦੇ ਇਹ ਜ਼ਰੂਰ ਕਹੂੰਗਾ ਕਿ ਤੁਸੀਂ ਇੱਕ ਮੈਸੇਜ ਜ਼ਰੂਰ ਦੇਵੋ, ਕਿਉਂਕਿ ਤੁਸੀਂ ਨੌਜਵਾਨ ਹੋ, ਨੌਜਵਾਨ ਜੋ ਯੂਥ ਹੈ ਸਾਡਾ, ਉਹਨੂੰ ਜ਼ਰੂਰ ਇਹ ਚੀਜ਼ ਮੇਰੇ ਹਿਸਾਬ ਨਾਲ ਫੋਲੋ ਕਰਨ ਦੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ। ਇੱਕ ਮੈਸੇਜ ਜ਼ਰੂਰ ਦੇਵੋ ਯੂਥ ਨੂੰ, ਕਿ ਤਾਂ ਜੋ ਉਹ ਇਸ ਚੀਜ਼ ਵੱਲ, ਇਸ ਖੇਤੀ ਵੱਲ ਪ੍ਰੇਰਿਤ ਹੋ ਸਕਣ। ਕੱਦੂ ਤਾਂ ਬਹੁਤ ਕਰਦੇ ਜਾ ਰਹੇ ਨੇ, ਕੋਈ ਹਲ ਲੈ ਆਉਂਦੇ ਨੇ ਵੱਡੇ, ਮਤਲਬ ਰੋਟਾਵੇਟਰ ਨਵੇਂ ਆ ਗਏ, ਤਕਨੀਕਾਂ ਨਵੀਆਂ ਆ ਗਈਆਂ, ਠੀਕ ਹੈ ਨਾ, ਹਾਂ, ਟੋਚਨ। ਸੋ ਮੈਂ ਕਹਿੰਦਾ ਇੱਕ ਮੈਸੇਜ ਦਿਓ ਕਿ ਤਾਂ ਜੋ ਇਸ ਖੇਤੀ ਵੱਲ ਪ੍ਰੇਰਿਤ ਹੋ ਸਕਣ, ਪਾਣੀ ਵੀ ਬਚ ਸਕੇ, ਸੋ ਵਾਤਾਵਰਨ ਨੂੰ ਵੀ ਆਪਾਂ ਵਧੀਆ ਰੱਖ ਸਕੀਏ। ਦੇਖੋ, ਜੇ ਯੂਥ ਆਊਗਾ, ਯੂਥ ਦੇਖੋ ਬੜਾ ਕ੍ਰੀਏਟਿਵ ਹੁੰਦਾ। ਜਦੋਂ ਕਹਿੰਦਾ ਨਾ, ਜਦੋਂ ਜਵਾਨੀ ਸਿੱਧੇ ਪਾਸੇ ਨੂੰ ਚੱਲ ਪਏ, ਫਿਰ ਉਹਦੇ ਵਰਗੀ ਰੀਸ ਨਹੀਂ ਹੁੰਦੀ। ਤੁਸੀਂ ਆਪਣੇ ਜਵਾਨੀ ਜਿਹੜਾ ਆਪਣਾ ਕਰੀਅਰ ਬਿਲਡ ਕਰ ਸਕਦੇ ਹੋ, ਉਹ ਕਿਤੇ ਨਹੀਂ ਕਰ ਸਕਦੇ। ਮੇਰਾ ਸ਼ੁਰੂ ਤੋਂ ਖੇਤੀ ਨਾਲ ਲਗਾਵ ਸੀਗਾ, ਅਤੇ ਮੈਂ ਅਕਸਰ ਪਿੰਡ ਆਉਂਦਾ ਰਹਿੰਦਾ ਸੀ, ਉਰੇ ਰਹਿੰਦਾ ਸੀ, ਅਤੇ ਮੈਂ ਬੜੀ ਵਾਰੀ ਇਹਨਾਂ ਨੂੰ ਪੁੱਛਦਾ ਹੁੰਦਾ ਸੀ, ਛੁੱਟ ਕੇ ਕੱਦੂ 'ਚ ਖੇਲਦੇ ਵੀ ਰਹੇ ਹਾਂ, ਵੀ ਯਾਰ ਇਹ ਕਰਦੇ ਕਿਉਂ? ਕਹਿੰਦੇ ਜੀਰੀ ਲਾਉਣੀ ਹੁੰਦੀ ਆ। ਮੈਂ ਕਿਹਾ ਯਾਰ, ਵੀ ਆਪਾਂ ਕਣਕ ਵੀ ਤਾਂ ਸਿੱਧੀ ਬੀਜਦੇ ਹਾਂ, ਵੀ ਇਹ ਕਿਉਂ ਨਹੀਂ? ਉਹ ਕਹਿੰਦੇ ਇਹ ਹੁੰਦੀ ਨਹੀਂ। ਮੈਂ ਕਿਹਾ ਹੁੰਦੀ ਕਿਉਂ ਨਹੀਂ? ਵੀ ਪਨੀਰੀ ਵੀ ਤਾਂ ਆਪਾਂ ਖੇਤ 'ਚ ਬੀਜਦੇ ਹੀ ਹਾਂ, ਵੀ ਜੇ ਉੱਥੇ ਬੂਟਾ ਹੁੰਦਾ, ਜੇ 100 ਬੂਟਾ ਇਕੱਠਾ ਹੋ ਸਕਦਾ ਤਾਂ 10-10 ਦੇ ਗਰੁੱਪ ਨਹੀਂ ਹੋ ਸਕਦੇ। ਅਤੇ ਉਹ ਇੱਕ ਸੋਚ ਸੀਗੀ। ਅਤੇ ਜਦੋਂ ਫਿਰ ਵੱਡਾ ਹੋ ਕੇ ਸਾਇੰਸਦਾਨਾਂ ਨੂੰ ਮਿਲਿਆ, ਅਤੇ ਕਿਤੇ ਨਾ ਕਿਤੇ ਉਹ ਆਈ ਗੱਲ ਕਿ ਹਾਂ ਯਾਰ, ਸਹੀ ਸਵਾਲ ਸੀ, ਕੱਦੂ ਕਿਉਂ ਕਰਨਾ। ਜਦੋਂ ਬੈਕਗਰਾਊਂਡ 'ਚ ਆਪਾਂ ਜਾਈਏ ਤਾਂ 1980 ਜਦੋਂ ਜੀਰੀ ਆਈ ਆ, ਇਹ ਉਹਨਾਂ ਏਰੀਆ ਲਈ ਆਈ ਸੀਗੀ ਵੀ ਜਿੱਥੇ ਪਾਣੀ ਖੜਾ ਰਹਿੰਦਾ ਸੀ, ਅਤੇ ਉੱਥੇ ਕੋਈ ਫਸਲ ਹੋ ਸਕੇ, ਠੀਕ ਹੈ। ਸੋ ਇੱਦਾਂ ਹੀ ਜੇ ਇਹ ਗੱਲਾਂ ਨੂੰ ਸਮਝ ਕੇ ਯੂਥ ਅੱਗੇ ਆਊਗਾ, ਮੈਂ ਚਾਹੁੰਦਾ ਜਿੰਨੇ ਮੁੰਡੇ ਅੱਜ 80% ਬੱਚੇ ਪੜ੍ਹਦੇ ਨੇ ਸਿਰਫ ਬਾਹਰ ਜਾਣ ਲਈ, ਅਤੇ ਜੇ ਮੇਰੀ ਉਹ ਸਾਰਿਆਂ ਨੂੰ ਅਪੀਲ ਆ, ਜੇ ਆਪਾਂ ਇਹ ਸੋਚ ਕੇ ਕਿ ਜੇ ਸਾਰੇ ਪੰਜਾਬ ਛੱਡ ਗਏ
ਤਾਂ ਇੱਥੇ ਹੋਊਗਾ ਕਿ ਤੁਸੀਂ ਲੁਧਿਆਣੇ ਜਾ ਕੇ ਦੇਖ ਲਓ, ਜਿੰਨੇ ਪੰਜਾਬੀ ਨੇ ਮੈਂ ਕਹਿੰਦਾ ਵੱਧ ਰੇਸ਼ੋ 'ਚ ਭਈਏ ਉੱਥੇ ਰਹਿੰਦੇ ਨੇ, ਇੰਨੀ ਲੇਬਰ ਇੰਨੀ ਪਾਪੂਲੇਸ਼ਨ ਆ, ਕਲੋਨੀਆਂ ਉਹਨਾਂ ਦੀਆਂ ਕੱਟੀਆਂ ਹੋਈਆਂ ਨੇ। ਆਉਣ ਵਾਲੇ ਟਾਈਮ 'ਚ ਹੋਊਗਾ ਕਿ ਪੰਜਾਬੀ ਸਾਰੇ ਬਾਹਰ ਜਾ ਰਹੇ ਨੇ। ਸੋ ਇੱਕ ਬੜਾ ਇੰਪੋਰਟੈਂਟ ਸਵਾਲ ਸੀ ਜੋ ਰਹਿ ਗਿਆ ਕਿ ਸਰਕਾਰ ਵੱਲੋਂ ਤੁਹਾਡੇ ਇਸ ਫਾਰਮ ਨੂੰ ਜਾਂ ਤੁਹਾਡੀ ਇਸ ਖੇਤੀ ਨੂੰ ਕਿੰਨਾ ਕੁ ਸਹਿਯੋਗ ਦਿੱਤਾ ਜਾ ਰਿਹਾ ਫਰੋਮ ਦਾ ਫਰਸਟ ਡੇ? ਦੇਖੋ 2006 ਦੇ ਵਿੱਚ ਚੀਫ ਸੈਕਟਰੀ ਹੁੰਦੇ ਸੀ SC ਅਗਰਵਾਲ ਸਾਹਿਬ, ਮੇਰੇ ਫਾਦਰ ਸਾਹਿਬ ਨਾਲ ਉਹਨਾਂ ਨੇ ਇਹ ਫਾਰਮ ਦਾ ਦੌਰਾ ਕੀਤਾ ਸੀ ਉਦੋਂ। ਉਸ ਵੇਲੇ ਉਹਨਾਂ ਨੇ ਹੈਪੀ ਸੀਡਰ 'ਤੇ 70% ਸਬਸਿਡੀ ਆਪਣੇ ਫਾਰਮ 'ਚ ਬਹਿ ਕੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਸੀ, ਅਤੇ ਉਹ ਇੱਕ ਬੜੀ ਵੱਡੀ ਸਾਡੇ ਲਈ ਪ੍ਰਾਪਤੀ ਸੀ। ਸਰਕਾਰ ਦੇ ਵਿੱਚ ਨਾਮ ਹੋਇਆ, ਕਿਉਂਕਿ ਜਦੋਂ ਚੀਫ ਸੈਕਟਰੀ ਸਾਹਿਬ ਆਉਂਦੇ ਆ ਤਾਂ ਸਾਰੇ ਜ਼ਿਲ੍ਹੇ ਦਾ ਪ੍ਰਸ਼ਾਸਨ ਆਉਂਦਾ, ਅਤੇ ਸਾਰੀਆਂ ਵੱਡੀਆਂ ਅਖਬਾਰਾਂ, ਤੁਹਾਨੂੰ ਪਤਾ ਉਹਨਾਂ ਦੇ ਨਾਲ ਸਾਰਾ ਤਾਮਝਾਮ ਉਹਨਾਂ ਦਾ ਆਪਦਾ ਹੀ ਹੁੰਦਾ। ਜਿੱਦਣ ਚੀਫ ਸੈਕਟਰੀ ਸਾਹਿਬ ਨੇ ਆਉਣਾ ਸੀ, ਸਾਡੇ ਏਰੀਏ ਦੀਆਂ ਸੜਕਾਂ ਰਾਤੋਂ ਰਾਤ ਬਣੀਆਂ ਨੇ। ਸੋ ਉਦੋਂ ਬਾਅਦ ਸਾਨੂੰ ਰਿਕਗਨੀਸ਼ਨ ਮਿਲਦਾ ਰਿਹਾ। ਮੇਰੇ ਫਾਦਰ ਸਾਹਿਬ, ਜਿਵੇਂ ਮੈਂ ਤੁਹਾਨੂੰ ਦੱਸਿਆ, 10 ਸਾਲ ਗਵਰਨਮੈਂਟ ਆਫ ਇੰਡੀਆ ਦੇ ਮੈਂਬਰ ਰਹੇ ਨੇ, ਅਤੇ ਉਦੋਂ ਬਾਅਦ ਫਿਲਮ ਸੈਂਸਰ ਬੋਰਡ ਦੇ ਵੀ ਮੈਂਬਰ ਰਹੇ ਨੇ, ਪੋਲੀਟੀਕਲੀ ਐਕਟਿਵ ਨੇ ਉਹ ਕਾਫੀ। ਅਤੇ ਉਹਨਾਂ ਦਾ ਵੀ ਸ਼ੁਰੂ ਤੋਂ ਖੇਤੀ 'ਚ ਰੁਝਾਨ ਸੀ ਵੀ ਮੈਂ ਪਰਾਲੀ ਨੂੰ ਅੱਗ ਨਹੀਂ ਲਾਉਣੀ, ਰੇਨ ਗਨ ਨਾਲ ਖੇਤੀ ਕਰਨੀ ਹੈ, ਕਿਉਂਕਿ ਬੈਕਗਰਾਊਂਡ ਉਹ ਸੀਗਾ ਸਾਡਾ। ਅਸੀਂ ਬਚਪਨ ਤੋਂ ਉਹਨਾਂ ਨੂੰ ਇਨੋਵੇਟਿਵ ਚੀਜ਼ਾਂ ਕਰਦੇ ਦੇਖਿਆ, ਸਾਡੇ ਦਿਮਾਗ 'ਚ ਵੀ ਸੀਗਾ ਵੀ ਕੁਝ ਕਰੀਏ ਵਧੀਆ। ਅਤੇ ਜਦੋਂ ਮੈਂ ਇੱਥੇ ਹੁੰਦਾ ਤਾਂ ਮੇਰੇ ਦਿਲ 'ਚ ਹੁੰਦਾ ਵੀ ਜਿੰਨੀ ਕੁ ਸੇਵਾ ਆਪਾਂ ਕਰ ਸਕਦੇ ਹਾਂ, ਜਿੰਨਾ ਆਪਾਂ ਇਨਵਾਇਰਮੈਂਟ ਨੂੰ ਬਚਾ ਸਕਦੇ ਹਾਂ। ਦੇਖੋ ਅੱਜ ਫੈਕਟਰੀਆਂ ਕਿੰਨਾ ਪੋਲਿਊਸ਼ਨ ਕਰਦੀਆਂ, ਉਹ ਲਗਾਤਾਰ। ਕੋਈ ਟਾਈਮ ਹੁੰਦਾ ਸੀ, ਬਾਬੇ ਨਾਨਕ ਦੀ ਬਾਣੀ ਕਹਿੰਦੀ ਆ ਵੀ ਉੱਤਮ ਖੇਤੀ ਮੱਧਮ ਵਪਾਰ, ਠੀਕ ਹੈ ਨਾ, ਖੇਤੀ ਨੂੰ ਉੱਤਮ ਮੰਨਿਆ ਜਾਂਦਾ ਸੀ। ਅਤੇ ਹੁਣ ਮੈਨੂੰ ਲੱਗਦਾ ਕਿ ਜੇ ਆਪਾਂ ਇੱਦਾਂ ਦੀ ਖੇਤੀ ਕਰਦੇ ਹਾਂ ਤਾਂ ਆਪਣੇ ਮਨ ਨੂੰ ਵੀ ਇੱਕ ਸਕੂਨ ਮਿਲਦਾ ਕਿ ਹਾਂ ਉੱਤਮ ਖੇਤੀ ਆ, ਵੀ ਖੇਤੀ ਸਭ ਤੋਂ ਉੱਤੇ ਆ। ਵਪਾਰ ਇਹਦੇ ਮੂਹਰੇ ਕੁਛ ਨਹੀਂ ਜੇ ਤੁਸੀਂ ਖੇਤੀ ਨੂੰ ਰੂਹ 'ਤੇ ਲਾ ਕੇ ਕਰਦੇ ਹੋ। ਅਤੇ ਜੇ ਮੈਂ ਖੇਤੀ 'ਚ ਸਿਰਫ ਇਹ ਦੇਖਾਂ ਕਿ ਯਾਰ ਵੀ ਆਪਾਂ ਨੂੰ ਤਾਂ ਸਿਰਫ ਝਾੜ ਚਾਹੀਦਾ, ਜੋ ਮਰਜ਼ੀ ਪਾਓ ਕਰੋ, ਫਿਰ ਉਹ ਰੱਬ ਵੀ ਖੁਸ਼ ਨਹੀਂ ਹੋਣਾ। ਕੁਦਰਤ ਨੂੰ ਜੇ ਆਪਾਂ ਸਲਾਮ ਕਰਦੇ ਹਾਂ ਤਾਂ ਕੁਦਰਤ ਤੁਹਾਨੂੰ, ਜੇ ਆਪਾਂ ਬੂਟਿਆਂ ਨਾਲ ਆ ਕੇ 4 ਗੱਲਾਂ ਕਰਦੇ ਹਾਂ ਨਾ ਭਾਜੀ, ਝਾੜ ਵੈਸੇ ਹੀ ਕਿੱਲੇ ਦਾ ਵੱਧ ਹੁੰਦਾ। ਸੋ ਰੀਸੈਂਟਲੀ ਉਹ ਤੋਂ ਬਾਅਦ ਸਾਨੂੰ ਕੈਪਟਨ ਸਾਹਿਬ ਨੇ ਹੁਣ 23 ਕਿਸਾਨ ਬੁਲਾਏ ਸੀਗੇ ਸਾਰੇ ਪੰਜਾਬ 'ਚੋਂ। ਮੈਨੂੰ ਅਤੇ ਮੇਰੇ ਫਾਦਰ ਸਾਹਿਬ ਨੂੰ ਮੌਕਾ ਮਿਲਿਆ ਜਾਣ ਦਾ। ਉੱਥੋਂ ਫਿਰ ਉਹਨਾਂ ਨੇ ਸਾਡੀ ਗੱਲ ਸੁਣ ਕੇ ਉਹਨਾਂ ਨੇ ਬੜਾ ਮਾਣ ਦਿੱਤਾ, ਅਤੇ ਮੇਰੇ ਫਾਦਰ ਸਾਹਿਬ ਨੂੰ ਫਿਰ ਪ੍ਰਾਈਮ ਮਿਨਿਸਟਰ ਅਵਾਰਡ ਲਈ ਰეკਮੈਂਡ ਕੀਤਾ। ਉਹਨਾਂ ਨੂੰ 3 ਜਨਵਰੀ ਨੂੰ ਬੈਂਗਲੁਰੂ ਦੇ ਵਿੱਚ ਕ੍ਰਿਸ਼ੀ ਕਰਮਨ ਅਵਾਰਡ ਮਿਲਿਆ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਦਿੱਤਾ। ਸੋ ਇਹ ਸਾਡੇ ਲਈ ਇੱਕ ਮਾਣਯੋਗ ਪ੍ਰਾਪਤੀ ਗੱਲ ਸੀ। ਅਤੇ ਤਕਰੀਬਨ 4 ਕੁ ਦਿਨ ਪਹਿਲਾਂ ਚੀਫ ਸੈਕਟਰੀ 4 ਕੁ ਦਿਨ ਪਹਿਲਾਂ ਆਪਣੇ ਸੈਕਟਰੀ ਖੇਤੀਬਾੜੀ ਕਾਨ ਸਿੰਘ ਪੰਨੂ ਜੀ, ਉਹ ਵਿਜ਼ਿਟ ਕਰਕੇ ਗਏ ਨੇ। ਕੱਲ੍ਹ ਸੋਇਲ ਐਂਡ ਕੰਜ਼ਰਵੇਸ਼ਨ ਡਿਪਾਰਟਮੈਂਟ ਦੀ ਟੀਮ ਆ ਕੇ ਗਈ ਹੈ। ਹੁਣੇ ਆਉਣ ਵਾਲੇ ਟਾਈਮ ਦੇ ਵਿੱਚ ਸੋਚ ਰਹੇ ਨੇ ਕਿ ਵੱਟਾਂ ਵਾਲੇ ਝੋਨੇ ਨੂੰ, ਰੇਨ ਗਨ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ, ਤਾਂ ਕਿ ਨੇਚਰ ਨੂੰ, ਕਿਉਂਕਿ ਜਦੋਂ ਹੁਣ ਗੱਲ ਸਮਝ ਆਉਂਦੀ ਆ ਕਿ ਮਿਥੇਨ ਨਹੀਂ ਪ੍ਰੋਡਿਊਸ ਹੋਣੀ, ਪਾਣੀ ਆਪਣਾ ਰੀਫਿਲ ਹੋ ਜਾਣਾ, ਗਰਾਊਂਡ ਵਾਟਰ ਰੀਫਿਲ ਹੋ ਗਿਆ, ਰਿਵਾਈਵ ਕਰ ਜਾਵਾਂਗੇ, ਖੇਤੀ ਬਚ ਜੂਗੀ। ਕਿਉਂਕਿ ਮੋਟਰਾਂ ਤਾਂ 20 ਟਾਈਮਸ ਵੱਧ ਰਹੀਆਂ ਨੇ ਹਰ ਰੋਜ਼, ਮਤਲਬ 20 ਟਾਈਮਸ ਮਲਟੀਪਲਾਈ ਹੋ ਰਹੀਆਂ ਹਰ ਸਾਲ, ਅਤੇ ਗਰਾਊਂਡ ਵਾਟਰ ਕਿੰਨਾ ਆਪਾਂ ਕੱਢ ਰਹੇ ਹਾਂ, ਰੀਫਿਲ ਹੋ ਨਹੀਂ ਰਿਹਾ। ਸੋ ਬਹੁਤ ਬਹੁਤ ਸ਼ੁਕਰੀਆ ਅਮਰਿੰਦਰ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਮੈਨੂੰ ਨਹੀਂ ਲੱਗਦਾ ਕਿ ਜੋ ਅਮਰਿੰਦਰ ਨੇ ਗੱਲਾਂ ਅੱਜ ਕਲੀਅਰ ਕੀਤੀਆਂ ਨੇ ਕਿ ਇਹ ਕਿਸੇ ਵੀ ਜੋ ਨੌਜਵਾਨ ਵੀਰ ਮੇਰਾ, ਸਾਡਾ ਕਿਸਾਨ ਭਰਾ ਸਾਡੇ ਦੇਖ ਰਹੇ ਹੋਣ, ਉਹਨਾਂ ਨੂੰ ਸਮਝ ਨਾ ਪਈ ਹੋਵੇ। ਸੋ ਇੱਕ ਆਸ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਜੋ ਨੌਜਵਾਨ ਅਮਰਿੰਦਰ ਸਿੰਘ ਦੀਆਂ ਜੋ ਗੱਲਾਂ ਨੇ ਇਹਨਾਂ ਨੂੰ ਜ਼ਰੂਰ ਪੱਲੇ ਬੰਨੋਗੇ, ਅਤੇ ਇਸ ਖੇਤੀ ਵੱਲ ਜੋ ਇਹ ਖੇਤੀ ਕਰ ਰਹੇ ਨੇ, ਝੋਨੇ ਬੈੱਡਾਂ ਉੱਤੇ, ਜੋ ਇਹਨੂੰ ਕਹਿੰਦੇ ਵੱਟਾਂ ਉੱਤੇ ਝੋਨਾ ਲਾਉਣਾ ਜਾਂ ਫਿਰ ਸਿੱਧੀ ਬਿਜਾਈ ਵਾਲਾ, ਇਸ ਨੂੰ ਜ਼ਰੂਰ ਅਪਣਾਓਗੇ। ਸੋ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦਾ ਕੋਈ ਵੀ ਸਾਡਾ ਵੀਰ, ਕਿਸੇ ਦੇ ਮਨ 'ਚ ਸ਼ੰਕਾ ਹੋਵੇ ਵੀ ਇਹ ਵਿਧੀ ਕਿੱਦਾਂ ਕੀਤੀ ਜਾਂਦੀ ਆ, GT ਰੋਡ ਦੇ ਉੱਤੇ ਸਾਧੂਗੜ੍ਹ ਪਿੰਡ ਆ। ਜ਼ਿਆਦਾ ਮੈਂ ਤੁਹਾਨੂੰ ਕਲੀਅਰ ਰੈਫਰੈਂਸ ਦੇ ਦਿੰਦਾ, ਪੁਆਇੰਟ ਇੱਕ ਮੈਕਡੋਨਲਡ ਰਾਜਪੁਰਾ ਹਵੇਲੀ ਆ, ਉਹਦੀ ਬਿਲਕੁਲ ਬੈਕ 'ਤੇ ਪੈਂਦਾ, GT ਰੋਡ ਦੇ ਉੱਤੇ ਸਾਧੂਗੜ੍ਹ ਪਿੰਡ ਆ। ਮੇਰਾ ਨਾਮ ਅਮਰਿੰਦਰ ਸਿੰਘ ਆ। ਤੁਸੀਂ ਫੇਸਬੁੱਕ 'ਤੇ, YouTube 'ਤੇ ਅਮਰਿੰਦਰ ਸਿੰਘ ਨਾਮ ਦਾ ਚੈਨਲ ਆ, ਉੱਥੇ ਸਾਰੀਆਂ ਵਿਧੀਆਂ ਇਹ ਵੀਡੀਓਜ਼ 'ਤੇ ਦੇਖ ਸਕਦੇ ਹੋ। ਅਤੇ ਇਹਦਾ ਝਾੜ ਦੇ ਲਈ ਮੈਂ ਤੁਹਾਨੂੰ ਕਹਿੰਦਾ, ਵੱਢਣ ਵੇਲੇ ਜਿਹੜੇ ਵੀ ਕਿਸੇ ਵੀਰ ਨੂੰ ਇਹ ਡਾਊਟ ਆ ਕਿ ਸਾਡਾ 40 ਕੁਇੰਟਲ 45 ਕੁਇੰਟਲ ਝਾੜ ਨਹੀਂ ਨਿਕਲ ਸਕਦਾ, ਉਹ ਵੱਢਣ ਵੇਲੇ ਆ ਕੇ ਖੁਦ ਬੈਠ ਕੇ ਕੰਬਾਈਨ 'ਤੇ ਕੀਲਾ ਵੱਢ ਸਕਦਾ ਅਤੇ ਟਰਾਲੀ 'ਚ ਭਰ ਕੇ ਦਾਣੇ ਤੋਲ ਸਕਦਾ। ਇਹ ਸਾਰਿਆਂ ਨੂੰ ਅਪੀਲ ਆ, ਜਮਾ ਹੀ ਸ਼ੰਕਾ ਕੱਢ ਦਿਓ, ਕਿਉਂਕਿ 100% ਇਹ ਚੀਜ਼ ਅਸੀਂ ਪ੍ਰੈਕਟੀਕਲ ਕਰਕੇ ਦੇਖੀ ਹੈ। ਪਿਛਲੀ ਵਾਰੀ ਪੂਰਾ ਕਾਮਯਾਬੀ ਸਾਨੂੰ ਮਿਲੀ ਹੈ, ਇਸ ਵਾਰ ਵੀ ਮਿਲੂਗੀ। ਠੀਕ ਹੈ। ਸੋ ਅਸੀਂ ਨੰਬਰ ਸਕਰੀਨ ਦੇ ਉੱਤੇ ਦੇਣ ਲੱਗੇ ਹਾਂ, ਅਤੇ ਤੁਸੀਂ ਉਹ ਫੋਨ ਨੰਬਰਾਂ ਦੇ ਉੱਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, ਇਹਨਾਂ ਦੇ ਇੱਥੇ ਪਹੁੰਚ ਸਕਦੇ ਹੋ। ਅਤੇ ਅਗਰ ਕੋਈ ਵੀ ਸ਼ੰਕਾ ਇਹਨਾਂ ਨਾਲ, ਕੋਈ ਵੀ ਆਪਣੀ ਇਸ ਵੀਡੀਓ ਦੇਖਣ ਤੋਂ ਬਾਅਦ ਵੀ ਤੁਸੀਂ ਫੋਨ ਉੱਤੇ ਗੱਲ ਕਰ ਸਕਦੇ ਹੋ। ਸੋ ਇਸੇ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ, ਅਤੇ ਨਵੀਂ ਸ਼ਖਸੀਅਤ ਅਤੇ ਨਵੇਂ ਕਿਸੇ ਪ੍ਰੋਗਰਾਮ ਦੇ ਨਾਲ ਮੈਂ ਫਿਰ ਯਾਦਵਿੰਦਰ ਸਿੰਘ ਤੂਰ ਹਾਜ਼ਰ ਹੋਊਂਗਾ। ਮੈਨੂੰ ਦਿਓ ਇਜਾਜ਼ਤ।